ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਤਬਲੇ ਨਿਜ ਹਾਥਾ, ਭਰਿਓ ਕੂਪ ਦੇ ਦੂਧੈ ਸਾਥਾ। ਸੋ ਲੈ ਕੇ ਸਿੱਧਨ ਮੈਂ ਆਇਓ, ਸਭ ਹੀ ਪੀ ਰਹੇ ਤ੍ਰਿਪਤਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਰਾਤਰੀ ਦੇ ਦੀਵਾਨ ਚ ਹਾਜ਼ਰੀਆਂ ਭਰਨ ਦਾ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਬਾਣੀ ਦਾ ਮਨੋਹਰ ਕੀਰਤਨ ਗੁਰੂ ਕੇ ਹਜ਼ੂਰੀ ਕੀਰਤਨੀਆਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਪਾਵਨ ਬਚਨ, ਕੋਈ ਜਨ ਹਰਸ਼ਿਓ ਦੇਵੇ ਜੋਰ, ਸ਼ਰਨ ਗਾਹੋਂ ਬਕੋ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਕੀਰਤਨ ਰੂਪ ਵਿੱਚ ਆਪ ਜੀ ਨੇ ਸਰਵਣ ਕੀਤੇ ਨੇ। ਸਤਿਗੁਰੂ ਜੀ ਨੇ ਇਸ ਮੁਖ ਵਾਕ ਦੇ ਅਖੀਰ ਤੇ ਉਸ ਵਾਹਿਗੁਰੂ ਜੀ ਨੂੰ ਸੰਬੋਧਨ ਕਰਦਿਆਂ ਇੱਕ ਗੱਲ ਕਹੀ ਕਿ ਆਇਓ ਸਰਣ ਦੀਨ ਦੁਖ ਭੰਜਨ, ਚਿਤਵੋ ਤੁਮਰੀ ਓਰ। ਅਪੈ ਪਦ ਦਾਨ ਸਿਮਰਨ ਸੁਆਮੀ ਕੋ, ਪਵ ਨਾਨਕ ਬੰਧਨ ਛੋਰ। हे ਦੀਨਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਮਾਲਕ ਵਾਹਿਗੁਰੂ ਜੀਓ, ਮੈਂ ਤੁਹਾਡੀ ਚਰਨ ਸਰਣ ਚਾ ਕੇ ਤੁਹਾਡਾ ਆਸਰਾ ਤੱਕ ਕੇ ਅਰਦਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਆਪਣਾ ਉਹ ਨਾਮ ਬਖਸ਼ਿਸ਼ ਕਰੋ ਜੋ ਬੰਧਨਾਂ ਤੋਂ ਮੁਕਤ ਕਰ ਦਿੰਦਾ ਹੈ ਤੇ ਜੋ ਮਨੁੱਖ ਨੂੰ ਅਪੈ ਪਦਵੀ ਦੀ ਦਾਤ ਬਖਸ਼ਦਾ ਹੈ। ਅਪੈ ਪਦਵੀ ਦਾ ਅਰਥ ਨਿਰਭਉ ਅਵਸਥਾ, ਜਿੱਥੇ ਜਾ ਕੇ ਬੰਦਾ ਬੇਗੁੰਪਰੇ ਦਾ ਵਾਸੀ ਬਣ ਜਾਂਦਾ ਹੈ, ਜਿੱਥੇ ਕੋਈ ਚਿੰਤਾ, ਕੋਈ ਫਿਕਰ, ਕੋਈ ਡਰ ਮਨੁੱਖ ਨੂੰ ਵਿਆਪਦਾ ਹੀ ਨਹੀਂ। ਸੰਸਾਰ ਵਿੱਚ ਜਿੱਧਰ ਵੀ ਨਜ਼ਰ ਮਾਰੀਏ ਹਰ ਮਨੁੱਖ ਡਰਿਆ ਹੋਇਆ ਹੈ, ਹਰ ਮਨੁੱਖ ਦੇ ਅੰਦਰ ਚਿੰਤਾ ਹੈ। ਸਤਿਗੁਰੂ ਜੀ ਨੇ ਇੱਕ ਗੱਲ ਕੀ ਕਿ ਚਿੰਤਤ ਹੀ ਦੀਸੈ ਸਭ ਕੋਇ। ਹਰ ਬੰਦਾ ਚਿੰਤਾ ਚ ਹੈ। ਜੇ ਗਰੀਬ ਨੂੰ ਚਿੰਤਾ ਹੈ ਤੇ ਅਮੀਰਾਂ ਦੀਆਂ ਅਚਿੰਤਾ ਹੋਰ ਬੇਅੰਤ ਨੇ। ਜੇ ਇੱਕ ਅਨਪੜ੍ਹ ਨੂੰ ਚਿੰਤਾ ਹੈ, ਡਰ ਹੈ, ਤੇ ਪੜ੍ਹਿਆ ਹੋਇਆਂ ਦੇ ਡਰ ਵੀ ਬੜੇ ਵਿਲੱਖਣ ਜਿਹੇ ਨੇ। ਜੇ ਇੱਕ ਰੋਗੀ ਨੂੰ ਚਿੰਤਾ ਹੈ ਤੇ ਤੰਦਰੁਸਤ ਲੋਕ ਜਿਹੜੇ ਨੇ ਉਹਨਾਂ ਨੂੰ ਬੇਅੰਤ ਹੋਰ ਚਿੰਤਾਵਾਂ ਨੇ। ਹਰ ਮਨੁੱਖ ਚਿੰਤਾ ਚ ਹੈ, ਡਰ ਚ ਹੈ। ਔਰ ਸਤਿਪੁਰਖਾਂ ਨੇ ਇਸ ਜਗਤ ਨੂੰ ਇਸੇ ਕਰਕੇ ਭਉ ਸਾਗਰ ਦੇ ਨਾਲ ਤੁਲਨਾ ਦਿੱਤੀ ਹੈ। ਉਹ ਸਮੁੰਦਰ ਜਿਹਦੇ ਵਿੱਚ ਡਰ ਹੀ ਡਰ ਹੈ। ਜਿੰਨਾ ਚਿਰ ਸੰਸਾਰ ਵਿੱਚ ਦੁਨੀਆ ਨਾਲ ਜੁੜੇ ਰਵਾਂਗੇ ਅਸੀਂ ਡਰ ਤੋਂ ਮੁਕਤ ਹੋ ਹੀ ਨਹੀਂ ਸਕਦੇ। ਜਿੱਥੇ ਮਰਜ਼ੀ ਨਜ਼ਰ ਮਾਰ ਲਓ, ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿ ਭੈ ਵਿੱਚ ਪਮੜਿਆ ਹੈ ਸਦਵਾਓ, ਭੈ ਵਿੱਚ ਚੱਲੇ ਹਨ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦਬੀ ਪਾਰ। ਅਖੀਰ ਤੇ ਬਚਨ ਕਿ ਸਗਲਿਆਂ ਭਉ ਲਿਖਿਆ ਸਿਰ ਲੇਖ। ਹਰ ਮਨੁੱਖ ਦੇ, ਹਰ ਵਸਤੂ ਦੇ ਸਿਰ ਤੇ ਡਰ ਦਾ ਲੇਖ ਪ੍ਰਮਾਤਮਾ ਨੇ ਲਿਖ ਦਿੱਤਾ ਹੈ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ। ਹਰ ਚੀਜ਼, ਹਰ ਵਸਤੂ ਜਿਹੜੀ ਉਹ ਕਿਸੇ ਨਾ ਕਿਸੇ ਦੇ ਡਰ 'ਚ ਹੈ। ਛੋਟੇ ਨੂੰ ਆਪਣੇ ਤੋਂ ਵੱਡੇ ਦਾ ਡਰ ਹੈ, ਵੱਡੇ ਨੂੰ ਉਸ ਤੋਂ ਵੱਡੇ ਦਾ ਡਰ ਹੈ, ਉਸ ਤੋਂ ਵੱਡੇ ਨੂੰ ਉਸ ਤੋਂ ਵੱਡੇ ਦਾ ਡਰ ਹੈ। ਹਰ ਮਨੁੱਖ ਦੇ ਅੰਦਰ ਚਿੰਤਾ ਹੈ, ਹਰ ਵਸਤੂ ਦੇ ਅੰਦਰ ਡਰ ਹੈ। ਇਸ ਡਰ ਤੋਂ ਮੁਕਤ ਹੋਣਾ ਹੀ ਦਰਅਸਲ ਪਰਮ ਪਦਵੀ ਹੈ। ਮਨੁੱਖ ਦੇ ਅੰਦਰ ਕੋਈ ਚਿੰਤਾ ਨਾ ਹੋਵੇ, ਕੋਈ ਡਰ ਨਾ ਹੋਵੇ, ਨਿਰਭਉ ਅਵਸਥਾ 'ਚ ਪਹੁੰਚ ਜਾਏ। ਇਸ ਅਵਸਥਾ 'ਚ ਬੰਦਾ ਉਦੋਂ ਪਹੁੰਚਦਾ ਹੈ ਜਦੋਂ ਕਿਸੇ ਨਿਰਭਉ ਹਸਤੀ ਦੇ ਨਾਲ ਜੁੜੇ, ਕਿਉਂਕਿ ਜਿਨ੍ਹਾਂ ਨਾਲ ਅਸੀਂ ਜੁੜਦੇ ਹੋ ਤੇ ਆਪ ਡਰ ਵਿੱਚ ਨੇ। ਮਨੁੱਖ ਧਰਮ ਦੀ ਦੁਨੀਆ 'ਚ ਵੜਦਾ ਤੇ ਕੋਈ ਚੰਦਰਮਾ ਨੂੰ ਪੂਜਦਾ ਹੈ, ਕੋਈ ਸੂਰਜ ਨੂੰ ਪੂਜਦਾ ਹੈ, ਕੋਈ ਸੱਪਾਂ ਨੂੰ ਪੂਜਦੇ ਤੇ ਆਪ ਡਰਦੇ ਅਧੀਨ ਨੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ। ਨਿਰਭਉ ਕੇਵਲ ਇੱਕ ਪ੍ਰਮਾਤਮਾ ਹੈ। ਗੁਰੂ ਅਰਜਨ ਦੇਵ ਜੀ ਦਾ ਬਚਨ ਕਿ ਨਿਰਭਉ ਜਪੈ ਸਗਲ ਭਉ ਮਿਟੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਹੈ ਉਹਨਾਂ ਦੇ ਸਾਰੇ ਡਰ ਜਿਹੜੇ ਨੇ ਮਿਟ ਜਾਂਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਤੁਹਾਡਾ ਆਸਰਾ ਤੱਕ ਕੇ ਮੈਂ ਅਰਦਾਸ ਬੇਨਤੀ ਕਰਦਾ ਕਿ ਮੈਨੂੰ ਉਹ ਨਾਮ ਦੀ ਦਾਤ ਬਖਸ਼ੋ ਜਿਹਨੂੰ ਪ੍ਰਾਪਤ ਕਰਕੇ ਮੈਂ ਬੰਧਨਾਂ ਤੋਂ ਮੁਕਤ ਹੋ ਜਾਵਾਂ। ਮੈਨੂੰ ਅਪੈ ਪਦਵੀ,
ਜਿਹਨੂੰ ਆਪਾਂ ਕਹਿ ਸਕਦੇ ਨਿਰਭਉ ਅਵਸਥਾ ਮਿਲ ਜਾਏ, ਮੈਂ ਬੇਗਮਪੁਰੇ ਦਾ ਵਾਸੀ ਬਣ ਜਾਵਾਂ, ਜੋ ਬੜੀ ਅਮੋਲ ਅਵਸਥਾ ਹੈ, ਜੋ ਰਿਧੀਆਂ ਸਿਧੀਆਂ ਨਾਲ ਨਹੀਂ ਮਿਲਦੀ। ਰਿਧੀਆਂ ਸਿਧੀਆਂ ਦੇ ਮਨ ਵਾਲਿਆਂ ਦੇ ਮਨ 'ਚ ਆਪ ਡਰ ਨੇ। ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਸਾਹਿਬ ਜੀ ਸਿੱਧਾਂ ਦੇ ਨਾਲ ਗੱਲਬਾਤ ਕਰ ਰਹੇ ਨੇ। ਹੁਣ ਸਿੱਧ ਲੋਕ ਜਿਨ੍ਹਾਂ ਨੇ ਘਰ-ਬਾਰ ਛੱਡ ਦਿੱਤਾ, ਕਹਿੰਦੇ ਜੀ ਦੀਨ ਦੁਨੀਆ ਨਾਲ ਸਾਡਾ ਕੋਈ ਵਾਸਤਾ ਨਹੀਂ, ਦੁਨੀਆ ਤੇ ਦੁੱਖਾਂ ਦਾ ਘਰ ਹੈ, ਇੱਥੋਂ ਆਪਾਂ ਕੀ ਲੈਣਾ। ਲੇਕਿਨ ਦੁਨੀਆ ਤੋਂ ਵੱਖਰੇ ਹੋ ਕੇ ਉਹ ਜ਼ਿਆਦਾ ਡਰੇ ਹੋਏ ਨੇ। ਉਹ ਜਦੋਂ ਵੀ ਕਿਸੇ ਰੱਬ ਦੇ ਪਿਆਰੇ ਨੂੰ ਦੇਖਦੇ ਡਰ ਜਾਂਦੇ, ਕਿਤੇ ਦੀ ਬਹੁਤੀ ਸਾਡੇ ਤੋਂ ਪੂਜਾ ਨਾ ਬਣ ਜਾਏ, ਕਿਤੇ ਸਾਡੇ ਤੋਂ ਅੱਗੇ ਨਾ ਲੰਘ ਜਾਏ। ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਤੇ ਸਤਿਗੁਰੂ ਜੀ ਨੂੰ ਉਹਨਾਂ ਨੇ ਆਪਣੀਆਂ ਕਰਾਮਾਤਾਂ ਦੇ ਨਾਲ ਹੀ ਭਰਮਾਉਣ ਦਾ ਯਤਨ ਕੀਤਾ। ਆਪਣੀ ਗਿਆਨ ਚਰਚਾ ਦੇ ਰਾਹੀਂ ਸਤਿਗੁਰੂ ਜੀ ਨੂੰ ਨੀਵਿਆਂ ਦਰਸਾਉਣ ਦਾ ਯਤਨ ਕੀਤਾ। ਦੂਜਿਆਂ ਨੂੰ ਨੀਵਾਂ ਉਹੀ ਬੰਦਾ ਦਰਸਾਉਂਦਾ ਜਿਹੜਾ ਅੰਦਰੋਂ ਡਰਿਆ ਹੁੰਦਾ, ਜਿਹਨੂੰ ਕੋਈ ਡਰ ਹੁੰਦਾ। ਇਸ ਕਰਕੇ ਰਿਧੀਆਂ ਸਿੱਧੀਆਂ ਰਾਹੀਂ ਬੰਦਾ ਡਰ ਤੋਂ ਮੁਕਤ ਨਹੀਂ ਹੋ ਸਕਦਾ। ਰਿਧੀਆਂ ਸਿੱਧੀਆਂ ਪ੍ਰਾਪਤ ਕਰਨੀਆਂ ਕੋਈ ਜ਼ਿੰਦਗੀ ਦੀ ਮੰਜ਼ਿਲ ਨਹੀਂ ਹੈ ਜਾਂ ਜ਼ਿੰਦਗੀ ਦੀ ਸਫਲਤਾ ਨਹੀਂ ਹੈ। ਇਹ ਵੀ ਨਹੀਂ ਆਪਾਂ ਕਹਿ ਸਕਦੇ ਜੀ ਫਲਾਣੇ ਕੋ ਬੜੀਆਂ ਰਿਧੀਆਂ ਸਿੱਧੀਆਂ ਨੂੰ ਬੜਾ ਮਹਾਨ ਹੈ। ਰਿਧੀਆਂ ਸਿੱਧੀਆਂ ਤੇ ਰਾਵਣ ਕੋ ਬੜੀਆਂ ਸਨ, ਹਰਨਾਕਸ਼ ਨੇ ਵੀ ਬੜੀਆਂ ਰਿਧੀਆਂ ਸਿੱਧੀਆਂ ਲੈ ਲਈਆਂ, ਉਹ ਮਹਾਨ ਬਣ ਗਏ। ਰਿਧੀਆਂ ਸਿੱਧੀਆਂ ਨਾਲ ਮਹਾਨ ਨਹੀਂ ਬਣਦਾ। ਮਹਾਨ ਤੇ ਮਨੁੱਖ ਬਣਦਾ ਜਦੋਂ ਮਨੁੱਖ ਦੇ ਅੰਦਰ ਮਹਾਨ ਗੁਣ ਆ ਜਾਣ, ਰੱਬੀ ਗੁਣ ਆ ਜਾਣ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਵਾਹਿਗੁਰੂ ਜੀ ਮੈਨੂੰ ਉਹ ਦਾਤ ਬਖਸ਼ੋ ਜਿਹਨੂੰ ਪ੍ਰਾਪਤ ਕਰਕੇ ਮੈਂ ਔਗਣਾਂ ਤੋਂ ਬੰਧਨਾਂ ਤੋਂ ਮੁਕਤ ਹੋ ਕੇ ਨਿਰਭਉ ਅਵਸਥਾ ਵਿੱਚ ਪਹੁੰਚ ਸਕਾਂ, ਜਿੱਥੇ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ 'ਚੋਂ ਆਪ ਜੀ ਹਰ ਰੋਜ਼ ਵਿਚਾਰ ਜੋ ਸਰਵਣ ਕਰਦੇ ਹੋ, ਆਓ ਕੁਝ ਚਿਰ ਉਹਦੇ ਨਾਲ ਸਾਂਝ ਪਾਈਏ। ਨਾਨਕ ਮਤਾ ਸਾਹਿਬ ਯੂਪੀ ਦੇ ਇਲਾਕੇ 'ਚ ਇੱਕ ਬੜਾ ਸਤਿਗੁਰੂ ਜੀ ਦਾ ਪਵਿੱਤਰ ਸਥਾਨ ਹੈ। ਇਹਨੂੰ ਕਦੀ ਗੋਰਖ ਮਤਾ ਕਿਹਾ ਜਾਂਦਾ ਸੀ। ਇਹ ਸਿੱਧਾਂ ਦਾ ਇੱਕ ਬੜਾ ਵੱਡਾ ਗੜ੍ਹ ਸੀ। ਗੁਰੂ ਨਾਨਕ ਸਾਹਿਬ ਜੀ ਇੱਥੇ ਗਏ ਨੇ। ਸਿੱਧਾਂ ਨੇ ਆਪਣੇ ਨਾਟਕ ਚੇਟਕ ਜੇ ਸਤਿਗੁਰੂ ਜੀ ਨੂੰ ਦਿਖਾ ਕੇ ਡਰਾਉਣ ਭਰਮਾਉਣ ਦਾ ਯਤਨ ਕੀਤਾ। ਹਨੇਰੀ ਚਲਾ ਦਿੱਤੀ ਕਿ ਸਤਿਗੁਰੂ ਜੀ ਦੀ ਅੱਗ ਬਲ ਰਹੀ ਬੁੱਝ ਜਾਏ। ਬੜੇ ਦਰਖਤ ਉੱਡ ਗਏ, ਬੜੇ ਕੰਕਰ ਪੱਥਰ ਉੱਡੇ, ਮਿੱਟੀ ਘੱਟਾ ਉੱਡਿਆ, ਪਰ ਸਤਿਗੁਰੂ ਜੀ ਨੂੰ ਇਹ ਡੁਲਾ ਨਾ ਸਕੇ, ਸਗੋਂ ਆਪ ਇਹਨਾਂ ਦੀਆਂ ਧੂਣੀਆਂ ਠੰਡੀਆਂ ਹੋ ਗਈਆਂ। ਆਖਰ ਗੁਰੂ ਸਾਹਿਬ ਜੀ ਪਾਸੋਂ ਇਹਨਾਂ ਨੂੰ ਅੱਗ ਮੰਗਣੀ ਪਈ। ਹੋਰ ਨਿੱਕੇ ਮੋਟੇ ਨਾਟਕ ਚੇਟਕ ਜੇ ਇਹਨਾਂ ਨੇ ਕੀਤੇ ਨੇ, ਜਿਨ੍ਹਾਂ ਦੀ ਗੁਰਮਤਿ ਦੇ ਅੰਦਰ ਕੋਈ ਵੈਲਿਊ ਨਹੀਂ ਹੈ ਔਰ ਸਤਿਗੁਰੂ ਜੀ ਲਈ ਕੋਈ ਗੱਲਾਂ ਔਖੀਆਂ ਵੀ ਨਹੀਂ ਹੈ। ਇਹ ਗੱਲਾਂ ਕਰਨ ਨਾਲ ਕੋਈ ਮਹਾਨ ਨਹੀਂ ਬਣ ਜਾਂਦਾ ਕਿ ਉਹਨਾਂ ਨੇ ਆਹ ਕਰਾਮਾਤ ਕੀਤੀ, ਗੁਰੂ ਸਾਹਿਬ ਨੇ ਆਹ ਕਰਾਮਾਤ ਕੀਤੀ। ਸਭ ਤੋਂ ਵੱਡੀ ਕਰਾਮਾਤ ਤਾਂ ਇਹ ਹੈ ਕਿਸੇ ਮਨੁੱਖ ਦੇ ਅੰਦਰੋਂ ਅਹੰਕਾਰ ਦੂਰ ਕਰ ਦੇਣਾ। ਇਹਦੋਂ ਵੱਡੀ ਕੀ ਕਰਾਮਾਤ ਹੋ ਸਕਦੀ ਹੈ ਕਿ ਇਹ ਸਿੱਧ ਲੋਕੀ ਜਿਹੜੇ ਸਾਰੀ ਦੁਨੀਆ ਨੂੰ ਭਰਮਾਉਂਦੇ ਨੇ, ਆਪਣੇ ਮਗਰ ਲਗਾਉਂਦੇ ਨੇ, ਆਖਰ ਉਹਨਾਂ ਸਿੱਧਾਂ ਨੇ ਗੱਲ ਕਹਿ ਦਿੱਤੀ, ਸਿੱਧ ਬੋਲਣ ਸੋ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਆਓ ਉਸ ਗੁਰੂ ਨਾਨਕ ਸਾਹਿਬ ਜੀ ਦੀ ਗਾਥਾ ਸਰਵਣ ਕਰੀਏ, ਗੁਰੂ ਪਿਆਰ ਜੁੜੀਏ। ਇੱਕ ਸਿੱਧ ਆਇਆ ਹੈ, ਸਤਿਗੁਰੂ ਜੀ ਨੂੰ ਕਹਿਣ ਲੱਗਾ ਅਸੀਂ ਦੁੱਧ ਪੀਣਾ ਹੈ। ਸਤਿਗੁਰੂ ਜੀ ਕਹਿਣ ਲੱਗੇ ਕਿਹੜੀ ਔਖੀ ਗੱਲ ਹੈ। ਸਤਿਗੁਰੂ ਜੀ ਨੇ ਦੁੱਧ ਦਾ ਪ੍ਰਬੰਧ ਕਰਕੇ ਉਹਦਾ ਲੋਟਾ ਭਰ ਦਿੱਤਾ, ਉਹਨੂੰ ਤੋੜ ਦਿੱਤਾ। ਇਸ ਤੋਂ ਅਗਲੀ ਗਾਥਾ ਆਪਾਂ ਸਰਵਣ ਕਰੀਏ ਜੀ। ਸੋ ਲੈ ਕੇ ਸਿੱਧਨ ਮੈਂ ਆਇਓ, ਸਭ ਹੀ ਪੀ ਰਹੇ ਤ੍ਰਿਪਤਾਇਓ। ਉਹ ਵਾਪਸ ਸਿੱਧਾਂ ਕੋਲ ਆ ਗਿਆ, ਸਾਰਿਆਂ ਨੂੰ ਉਸਨੇ ਦੁੱਧ ਪਿਆਇਆ ਹੈ। ਪੈ ਤੂੰ ਬੇਦੇ ਨਿਖੁੱਟਤ ਨਾਹੀ, ਅਚਰਜ ਬੇ ਸਬੈ ਮਨ ਮਾਹੀ। ਇਹ ਸਿੱਧ ਲੋਕੀ ਸੋਚਦੇ ਸਨ ਕਿ ਸਾਡੇ ਕੋਲ ਹੀ ਕਰਾਮਾਤਾਂ ਨੇ, ਅਸੀਂ ਇਹ ਕੁਝ ਕਰ ਸਕਦੇ ਹਾਂ। ਪਰ ਜੋ ਕਰਾਮਾਤ ਜਾਂ ਜੋ ਵਡਿਆਈ ਗੁਰੂ ਨਾਨਕ ਸਾਹਿਬ ਜੀ ਕੋਲ ਹੈ, ਸਿੱਧਾਂ ਦੀਆਂ ਰਿਧੀਆਂ ਸਿੱਧੀਆਂ ਉਹਦੇ ਬਰਾਬਰ ਕੁਛ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ 'ਚ ਇੰਨੀ ਬਰਕਤ ਹੈ। ਇਸ ਕਰਕੇ ਜੋ ਦੁੱਧ ਦੀ ਕਿਤੇ ਕਮੀ ਨਾ ਆਈ, ਘਾਟ ਨਾ ਆਈ, ਬੜੇ ਹੈਰਾਨ ਰਹਿ ਗਏ। ਭਬਕ ਦਮਕ ਬਕਰ ਸ਼ੰਭੂ ਨਾਥਾ, ਟਿਕ ਆਇਓ ਬੋਲਿਓ ਗੁਰ ਸਾਥਾ। ਇਹਨਾਂ ਵਿੱਚ ਇੱਕ ਸੀ ਸ਼ੰਭੂਨਾਥ। ਸਾਰੇ ਇੱਕ ਦੂਜੇ ਤੋਂ ਚੜ੍ਹਦੇ ਹੀ ਨੇ, ਕਿਉਂਕਿ ਹਰ ਕਿਸੇ ਨੂੰ ਇਹ ਹੰਕਾਰ ਹੈ ਕਿ ਮੇਰਾ ਤਪ ਬਹੁਤ ਹੈ, ਮੇਰੀ ਸਾਧਨਾ ਜ਼ਿਆਦਾ ਹੈ, ਮੇਰੇ ਕੋਲ ਕਰਾਮਾਤਾਂ ਜ਼ਿਆਦਾ ਨੇ। ਇੱਕ ਦੂਜੇ ਨਾਲੋਂ ਆਪਣੇ ਆਪ ਨੂੰ ਵੱਡਾ ਦਰਸਾਉਣ ਦੇ ਲਈ ਇਹ ਬੜੇ ਗੁੱਸੇ 'ਚ ਆਉਂਦੇ ਨੇ ਵਾਰੀ ਵਾਰੀ। ਸ਼ੰਭੂਨਾਥ ਬੋਲਿਆ ਹੈ ਨੇੜੇ ਆ ਕੇ ਸਤਿਗੁਰੂ ਜੀ ਦੇ, ਪੁਰਬੀ ਕੋ ਹੈ ਕਾਲ ਅਬ, ਸੁਰ ਸੁਰ ਕੋ ਮੰਗਵਾਏ। ਪੁਰਬੀ ਕੋਈ ਪੁਰਬ ਹੋਣਾ, ਇਹਨਾਂ ਦਾ ਸਮਾਂ ਹੋਏਗਾ। ਇਹ ਪੁਰਬੀ ਦਾ ਸਮਾਂ ਹੈ। ਸੁਰਸਰ ਕਹਿੰਦੇ ਨੇ ਗੰਗਾ ਨੂੰ,
ਗੰਗਾ ਨਦੀ ਜਿਹੜੀ ਉਹ 'ਚ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਆ। ਸ਼ਗਤਦਾਰ ਤੂੰ ਹੈ ਬੜਾ ਮਿਲ ਮੱਜੈ ਏਧਾ ਏ। ਸਤਿਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਮਹਾਨ ਹੋ, ਤੁਸੀਂ ਬੜੀ ਸ਼ਕਤੀ ਵਾਲੇ ਹੋ, ਅਸੀਂ ਗੰਗਾ ਦਾ ਇਸ਼ਨਾਨ ਕਰਨਾ ਚਾਹੁੰਦੇ ਆ, ਕਰਾ ਦਿਓ ਸਾਨੂੰ। ਮਰਦਾਨੇ ਸੋ ਸ਼੍ਰੀ ਗੁਰ ਬੋਲੇ ਉੱਠਦਾ ਵੋ ਬੋਰੀ ਕਰ ਮੋਲੇ। ਕਹਿਣ ਲੱਗੇ ਇੱਥੇ ਬੈਠੇ ਇਸ਼ਨਾਨ ਕਰਨਾ ਚਾਹੁੰਦੇ ਆ ਅਸੀਂ। ਇਹ ਸਤਿਗੁਰੂ ਜੀ ਦੇ ਅੱਗੇ ਨਿੱਕੀਆਂ ਨਿੱਕੀਆਂ ਕਰਾਮਾਤਾਂ ਕਰਕੇ ਜਾਂ ਇਮਤਿਹਾਨ ਪਾ ਕੇ ਸਤਿਗੁਰੂ ਜੀ ਨੂੰ ਪਰਖਣਾ ਚਾਹੁੰਦੇ ਨੇ। ਕਰਾਮਾਤ ਇਹ ਕਰਾਮਾਤ ਤਾਂ ਸਤਿਗੁਰੂ ਜੀ ਦੇ ਕੁੱਤਿਆਂ 'ਚ ਵੀ ਸੀ, ਆਮ ਲੋਕਾਂ ਦੀ ਤੇ ਗੱਲ ਹੀ ਕੀਤੀ ਹੈ। ਸਤਿਗੁਰੂ ਸਾਹਿਬ ਜੀ ਮਹਾਰਾਜ ਨੇ ਭਾਈ ਮਰਦਾਨੇ ਨੂੰ ਇੱਕ ਗੱਲ ਕਹੀ, ਮਰਦਾਨਿਆ ਉੱਠ ਜਾ ਇਹਨਾਂ ਦੇ ਨਹਾਉਣ ਦਾ ਪ੍ਰਬੰਧ ਕਰ। ਗੰਗਾ ਤੀਰ ਘਸੀਟਤ ਆਊ ਨੇ ਮੁਰ ਪਾਛੇ ਕਰੋ ਲਖਾਊ। ਆ ਜਿਹੜੀ ਗੰਗਾ ਕਹਿੰਦੇ ਨਾ, ਗੰਗਾ ਨੂੰ ਘਸੀਟ ਕੇ ਇੱਥੇ ਲੈ ਆ। ਦੇਖੋ ਗੁਰੂ ਸਾਹਿਬ ਦੀ ਕਿੰਨੀ ਵੱਡੀ ਵਡਿਆਈ ਹੈ। ਗੁਰੂ ਸਾਹਿਬ ਜੀ ਇਹ ਕਰਾਮਾਤਾਂ ਕੋ ਆਪਣੀ ਪ੍ਰਤਿਸ਼ਠਾ ਵਧਾਉਣ ਲਈ ਨਹੀਂ ਕਰ ਰਹੇ, ਇਹਨਾਂ ਲੋਕਾਂ ਦਾ ਅਹੰਕਾਰ ਤੋੜਨ ਦੀ। ਵੈਸੇ ਸਤਿਗੁਰੂ ਜੀ ਦੇ ਕੋਲ ਸਭ ਤੋਂ ਵੱਡੀ ਕਰਾਮਾਤ ਹੈ ਗਿਆਨ ਦੀ ਕਰਾਮਾਤ, ਗੁਰਬਾਣੀ ਦੀ ਕਰਾਮਾਤ, ਸੰਗਤ ਦੀ ਕਰਾਮਾਤ, ਜਿਹਦੇ ਬਰਾਬਰ ਇਹ ਨਾਟਕ ਚਿੱਟ ਕੋਈ ਨਹੀਂ ਪਹੁੰਚ ਸਕਦਾ। ਇਸ ਕਰਕੇ ਸਤਿਗੁਰੂ ਜੀ ਨੇ ਮਰਦਾਨਾ ਜੀ ਨੂੰ ਭੇਜਿਆ ਕਿ ਜਾ ਉਹ ਗੰਗਾ ਨੂੰ ਘਸੀਟ ਕੇ ਇੱਥੇ ਲੈ ਆ। ਸੁਨਿਆ ਇਸ ਮਰਦਾਨਾ ਗਇਓ ਤੁਰਤ ਗੰਗ ਤਟ ਦੇਖਤ ਪਇਓ। ਮਰਦਾਨਾ ਜੀ ਗਏ, ਸਤਿਗੁਰੂ ਜੀ ਦੀ ਆਗਿਆ ਪਾ ਕੇ ਸਤਿਗੁਰੂ ਜੀ ਨੇ ਕਿਹਾ ਹੱਥ ਵਿੱਚ ਆਪਣੀ ਫੌੜੀ ਲੈ ਲਾ, ਘਸੀੜਦਾ ਆ, ਪਿੱਛੇ ਮੁੜ ਕੇ ਨਾ ਦੇਖੀ। ਬਹੁਰ ਘਸੀਟਤ ਲਿਆਵਤ ਧਾਵਾ ਫੌਰੀ ਪਿਛੇ ਸੁਰ ਸਰ ਆਵਾ। ਜੋ ਉਹਦੇ ਕੋਲ ਸੋਟੀ ਸੀ ਜਾਂ ਫੌੜੀ ਸੀ ਮਰਦਾਨੇ ਨੂੰ ਸਤਿਗੁਰੂ ਜੀ ਨੇ ਦਿੱਤੀ, ਉਹ ਧਰਤੀ ਤੇ ਜਿਵੇਂ ਆਪਾਂ ਲਕੀਰ ਪਾਉਂਦੇ ਹੁੰਨੇ ਇਦਾਂ ਖਿੱਚੀ ਆ ਰਿਹਾ ਹੈ। ਰਈਆ ਵਨੀ ਕੇ ਤਕ ਸੋ ਮਰਦਾਨੇ ਮਨ ਸੰਸੈ ਹੋਊ। ਕਵੀ ਜੀ ਕਹਿੰਦੇ ਨੇ ਗੱਲ ਕਿ ਕੁਝ ਦੂਰੀ ਤੇ ਆ ਕੇ ਮਰਦਾਨੇ ਦੇ ਮਨ 'ਚ ਇੱਕ ਸੰਸਾ ਆਇਆ। ਆਵਤ ਨਹੀਂ ਕਿ ਮੋਰ ਬਿਸ਼ਾਰੀ ਅਸ ਗੁਣ ਬਾਛੇ ਦ੍ਰਿਸ਼ਟ ਨਿਹਾਰੀ। ਮੇਰੇ ਮਗਰ ਗੰਗਾ ਆ ਵੀ ਰਹੀ ਕਿ ਨਹੀਂ ਆ ਰਹੀ। ਮੁੜ ਕੇ ਉਸਨੇ ਪਿੱਛੇ ਨੂੰ ਦੇਖ ਲਿਆ। ਤੇ ਥਲ ਰਹੀ ਸਥਿਤ ਹੈ ਸੋ ਰਿਓ ਘਸੀਟ ਨਾ ਆਵਤ ਕੋ। ਉੱਥੇ ਹੀ ਉਹ ਰੁਕ ਗਈ, ਨਦੀ ਜਿਹੜੀ ਸੀ ਉੱਥੇ ਹੀ ਰੁਕ ਗਈ, ਉਦੋਂ ਅੱਗੇ ਨਾ ਆਈ। ਮਰਦਾਨਾ ਹਿਰਦੈ ਬਿਸਮਾਨਿਓ ਗੁਰ ਢਿਗਿਆ ਬਿਰਤੰਤ ਬਖਾਨਿਓ। ਮਰਦਾਨਾ ਜੀ ਮਨ 'ਚ ਬੜੇ ਹੈਰਾਨ ਹੋਏ ਤੇ ਸਤਿਗੁਰੂ ਜੀ ਨੂੰ ਆ ਕੇ ਸਾਰੀ ਉਹਨਾਂ ਵਾਰਤਾ ਦੱਸੀ ਹੈ। ਬੈਠੇ ਸਿੱਧ ਤਹਾਂ ਹੀ ਸਾਰੇ ਸੁਨ ਸ਼੍ਰੀ ਨਾਨਕ ਬਹਿਨ ਉਚਾਰੇ। ਸਿੱਧ ਸਤਿਗੁਰੂ ਜੀ ਕੋਲ ਬੈਠੇ ਨੇ, ਗੁਰੂ ਸਾਹਿਬ ਜੀ ਦੇ ਨਾਲ ਗੱਲਬਾਤ ਕਰਦੇ ਆ। ਉਹਨਾਂ ਨੇ ਇਸ ਤਰ੍ਹਾਂ ਕਿਹਾ ਹੈ, ਹਟ ਕੇ ਜੇ ਨੇ ਕਰੋ ਬਿਲੋਕੀ ਤੋ ਚਲ ਆਵਤੇ ਹਾਂ ਰੋਕੀ। ਮਰਦਾਨਿਆਂ ਜੇ ਪਿੱਛੇ ਮੁੜ ਕੇ ਨਾ ਦੇਖਦਾ ਤੇ ਇੱਥੇ ਹੀ ਉਹ ਗੰਗਾ ਆ ਜਾਣੀ ਸੀ। ਕਿਤਕ ਕੋਸ ਮਰਦਾਨੇ ਆਨੀ ਰਿਓ ਸਮੀਪ ਸੁਰ ਸਰੀ ਪਾਣੀ। ਕਿੰਨੀ ਨੇੜੇ ਆ ਗਈ ਉਹ ਪਾਣੀ, ਗੰਗਾ ਜਿਹੜੀ ਸੀ ਨਦੀ ਸੀ ਨੇੜੇ ਆ ਗਈ ਜਿਸ ਵੇਲੇ। ਸੋ ਸਿੱਧੋ ਅਬ ਤੁਮ ਮੰਗਵਾਵੋ ਮਜਨ ਹਮ ਕੋ ਯਹਾਂ ਕਰਾਵੋ। ਸਤਿਗੁਰੂ ਜੀ ਕਹਿਣਗੇ ਸਿੱਧੋ ਏਡੀ ਦੂਰੋਂ ਤੇ ਮਰਦਾਨਾ ਹੀ ਲੈ ਆ ਸਾਡਾ ਜਿਹੜਾ ਹੈ, ਤੇ ਹੁਣ ਜਿੰਨੀ ਕੁ ਦੂਰ ਹੈਗੀ ਉਹਨੂੰ ਤੁਸੀਂ ਲੈ ਆਓ ਨੇੜੇ, ਆਪਣੀਆਂ ਕਰਾਮਾਤਾਂ ਦਿਖਾ ਲਓ। ਮਿਲ ਕੇ ਸਿੰਘ ਸਭ ਸਿੱਧਨ ਤਬ ਨਿਜ ਨਿਜ ਓਜ ਲਗਾਏ। ਸਿੱਧਾਂ ਨੇ ਆਪਣੀਆਂ ਕਰਾਮਾਤਾਂ ਬੜੀਆਂ ਲਗਾਈਆਂ ਕਿ ਆਪਾਂ ਨੇੜੇ ਲੈ ਆਈਏ ਨਦੀ ਨੂੰ, ਪਰ ਕੋਈ ਉਹਨਾਂ ਦੀ ਕਰਾਮਾਤ ਚੱਲੀ ਨਾ। ਸਭ ਹੀ ਬੇਦ ਸੋ ਬਚ ਰਹੇ ਰਹੀ ਸੋ ਦਸੀ ਥਾਏ। ਸਾਰੇ ਹੀਲੇ ਵਸੀਲੇ ਕਰਕੇ ਉਹ ਥੱਕ ਗਏ, ਨਦੀ ਉੱਥੇ ਦੀ ਉੱਥੇ ਰਹੀ, ਅੱਗੇ ਵਧੀ ਨਾ। ਲੱਜਤ ਹੈ ਸਭ ਹੀ ਪਚ ਹਾਰੇ ਸ਼੍ਰੀ ਪ੍ਰਭ ਦੇਸ ਬ੍ਰਿਧ ਬਰਜਨ ਵਿਚਾਰੇ। ਬੜੇ ਲਾਜਵੰਤ ਜੇ ਹੋ ਗਏ, ਸਤਿਗੁਰੂ ਸਾਹਿਬ ਜੀ ਵੱਲ ਨੂੰ ਦੇਖਣ ਲੱਗ ਪਏ। ਕੇਤਕ ਚਰਨਨ ਸੀਸ ਨਿਵਾਇਓ ਕੇਤਕ ਮਨ ਮੈਂ ਗਰਭ ਬੜਾਇਓ। ਕੁਝ ਤਾਂ ਸਤਿਗੁਰੂ ਜੀ ਦੇ ਚਰਨਾਂ 'ਚ ਡਿੱਗ ਪਏ ਕਿ ਮਹਾਰਾਜ ਸਾਡੀ ਗਲਤੀ ਹੈ, ਅਸੀਂ ਤੁਹਾਨੂੰ ਵਾਰ-ਵਾਰ ਪਰਖਦੇ ਹਾਂ, ਸਾਡੀ ਗਲਤੀ ਹੈ। ਤੇ ਕਈਆਂ ਦੇ ਮਨ 'ਚ ਅਜੇ ਹੋਰ ਈਰਖਾ ਵੱਧ ਗਈ, ਹੰਕਾਰ ਵੱਧ ਗਿਆ ਸਤਿਗੁਰੂ ਜੀ ਦੇ ਪ੍ਰਤੀ। ਤਬ ਮਸ਼ਿੰਦਰ ਨੇ ਬੈਨ ਉਚਾਰੇ ਹਮਕੋ ਫਲ ਦਿਓ ਮਦਰ ਆਹਾਰੇ। ਮਛੰਦਰ ਨਾਥ ਇੱਕ ਜੋਗੀ ਸੀ, ਸਤਿਗੁਰੂ ਜੀ ਨੂੰ ਕਹਿਣ ਲੱਗਾ ਅਸੀਂ ਕੋਈ ਮਿੱਠਾ ਫਲ ਖਾਣਾ ਚਾਹੁੰਦੇ ਹਾਂ। ਬੈਠੇ ਰਹੋ ਨ ਕਿਤਹੂ ਜਾਈ ਦੇਖੇ ਸ਼ਗਤ ਜੇ ਦੇਖਵਾਈ। ਇੱਥੇ ਬੈਠੇ ਰਹੋ, ਸਾਨੂੰ ਇੱਥੇ ਕੋਈ ਮਿੱਠਾ ਫਲ ਖਵਾ ਦਿਓ, ਤੁਹਾਡੀ ਸ਼ਕਤੀ ਦਾ ਸਾਨੂੰ ਪਤਾ ਲੱਗ ਜਾਏਗਾ। ਏ ਨਲਕੋ ਤਰ ਤੈ ਹੁਤੋ ਤਬ ਹੀ ਗੁਰ ਸਿੱਧ ਮਾਹੇ। ਬੇਨਲ ਕਹਿੰਦੇ ਨੇ ਰੀਠੇ ਨੂੰ। ਦਰਅਸਲ ਕਵੀ ਜੀ ਨੇ ਇਹ ਜਿਹੜੀਆਂ ਘਟਨਾਵਾਂ ਲਿਖੀਆਂ ਨੇ ਉਹ ਸਾਰੀਆਂ ਅੱਗੇ ਪਿੱਛੇ ਕਰਕੇ ਰਲਗੱਡ ਕਰ ਦਿੱਤੀਆਂ ਨੇ। ਰੀਠਾ ਸਾਹਿਬ ਗੁਰਦੁਆਰਾ ਨਾਨਕ ਮਤਾ ਸਾਹਿਬ ਤੋਂ ਬਹੁਤ ਦੂਰ ਹੈ, ਉਹ ਨੇੜੇ ਨਹੀਂ ਹੈ, ਉਸੇ ਦਿਨ ਦੀ ਘਟਨਾ ਨਹੀਂ ਹੈ।
ਪਰ ਕਵੀ ਜੀ ਨੇ ਜਿਵੇਂ ਸੁਣਿਆ ਉਵੇਂ ਇਹਨਾਂ ਨੂੰ ਕਵਿਤਾ ਦੇ ਵਿੱਚ ਪਰੋ ਦਿੱਤਾ ਹੈ। ਚਲੋ ਇਹ ਉਹਨਾਂ ਦੀ ਆਪਣੀ ਵਿਦਵਤਾ ਹੈ। ਫੇਨਲ ਕਹਿੰਦੇ ਨੇ ਰੀਠੇ ਨੂੰ, ਰੀਠੇ ਦਾ ਦਰਖਤ, ਰੀਠਾ ਕੌੜਾ ਹੁੰਦਾ ਹੈ, ਜਿੱਥੇ ਬੈਠੇ ਨੇ ਸਿੱਧ ਕਹਿੰਦੇ ਅਸੀਂ ਕੁਝ ਖਾਣਾ ਚਾਹੁੰਦੇ ਮਿੱਠਾ। ਸਤਿਗੁਰੂ ਜੀ ਨੇ ਉਸ ਵੇਲੇ ਇਸ ਤਰ੍ਹਾਂ ਕਿਹਾ ਹੈ, ਇੱਕ ਡੈਨੋ ਪ੍ਰਭ ਕੀ ਦਿਸ਼ਾ, ਇੱਕ ਸਿੱਧਨ ਦਿਸ਼ਾ ਹੈ। ਜਿਸ ਪਾਸੇ ਸਤਿਗੁਰੂ ਜੀ ਬੈਠੇ ਸਨ ਔਰ ਸਤਿਗੁਰੂ ਜੀ ਦੇ ਉੱਪਰ ਜਿਹੜੀ ਟਾਹਣੀ ਸੀ ਜਾਂ ਟਾਹਣਾ ਸੀ ਜਿਹਨੂੰ ਰੀਠੇ ਲੱਗੇ ਹੋਏ ਸਨ, ਡੈਨੋ ਆਪਣੀ ਦਿਸ਼ ਕੋ ਜੋ, ਸ਼੍ਰੀ ਗੁਰ ਪਿਖ ਮਦਰੋ ਕੇ ਸੋ। ਸਤਿਗੁਰੂ ਜੀ ਨੇ ਉੱਪਰ ਨੂੰ ਨਜ਼ਰ ਮਾਰੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨੇਤਰਾਂ 'ਚ ਕਿੰਨੀ ਸ਼ਕਤੀ ਹੈ। ਸਤਿਗੁਰੂ ਜੀ ਤੇ ਮਿਹਰ ਦੀ ਨਜ਼ਰ ਦੇ ਨਾਲ ਦੇਖ ਲੈਣ ਤੇ ਜਨਮ ਜਨਮਾਂਤਰਾਂ ਦੇ ਦੁੱਖ ਕੱਟੇ ਜਾਂਦੇ ਨੇ। ਸਤਿਗੁਰੂ ਜੀ ਦੇ ਬਚਨਾਂ ਦੇ ਨਾਲ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ। ਸਤਿਗੁਰੂ ਜੀ ਦੇ ਬਚਨਾਂ 'ਚੋਂ, ਸਤਿਗੁਰੂ ਜੀ ਦੇ ਨੇਤਰਾਂ 'ਚੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਉਹ ਗੁਰੂ ਸਾਹਿਬ ਜੀ ਨੇ ਦ੍ਰਿਸ਼ਟੀ ਕੀਤੀ ਉਸ ਦਰਖਤ ਦੇ ਟਾਹਣੇ ਵੱਲ ਨੂੰ, ਟੂਟੇ ਫਲ ਤਜ ਕਰ ਤਰ ਡਾਰੀ, ਪਰੇ ਮਸ਼ਿੰਦਰ ਕੇਰ ਅਗਾਰੀ। ਉਸ ਦਰਖਤ ਨੂੰ ਜਦੋਂ ਹਿਲਾਇਆ, ਜਿਹੜੇ ਫਲ ਟੁੱਟੇ ਉਹ ਮਸ਼ੰਦਰ ਦੇ ਨੇੜੇ ਡਿੱਗੇ। ਫਲ ਵੇ ਲੋਗ ਕੇ ਹੱਥ ਜਾਏ, ਸਾਧ ਮਧੁਰ ਅਤ ਪਾਇਓ ਖਾਏ। ਉਹਨੇ ਹੱਥ 'ਚ ਫੜਿਆ ਫਲ ਤੇ ਜਦੋਂ ਮੂੰਹ 'ਚ ਪਾਇਆ ਤਾਂ ਮਿੱਠਾ ਹੈ, ਉਹਨੂੰ ਮਿੱਠੇ ਨਜ਼ਰ ਆਏ ਫਲ। ਤਬ ਸਿੱਧਨ ਸੋ ਗਿਰਾਇਓ ਚਾਰੀ, ਇਹ ਫੁੱਲ ਕੌਰੇ ਹੁਤੇ ਅਗਾਰੀ। ਸਤਿਗੁਰੂ ਸਿੱਧਾਂ ਨੂੰ ਉਸ ਵੇਲੇ ਕਿਹਾ ਗਿਆ ਕਿ ਇਹ ਮਛੰਦਰਨਾਥ ਕਹਿੰਦੇ ਕਿ ਇਹ ਫਲ ਪਹਿਲਾਂ ਕੌੜਾ ਸੀ, ਪਰ ਹੁਣ ਜਿਹੜਾ ਮੈਂ ਖਾ ਰਿਹਾ ਇਹ ਮਿੱਠਾ ਹੈ। ਅਤ ਮਦਰ ਸਾਧ ਕੇ ਮਾਹੀ, ਖਾਵਤ ਤਿਆਗੇ ਜਾਵਤ ਨਾਹੀ। ਹੁਣ ਇਹ ਬਹੁਤ ਮਿੱਠੇ ਨੇ, ਇੰਨੇ ਮਿੱਠੇ ਨੇ ਕਿ ਖਾਣ ਨੂੰ ਜੀ ਕਰਦਾ ਹੈ, ਵਾਰ-ਵਾਰ ਖਾਈ ਜਾਈਏ। ਸੁਨ ਸਿੱਧ ਕਿਦਕ ਜੜੇ ਤਰ ਤਾਹੀ, ਪਰਖਨ ਹੇਤ ਫਲਨ ਕਹਿਰ ਚਾਹੀ। ਕੁਝ ਸਿੱਧ ਉਸ ਦਰਖਤ ਤੇ ਚੜ ਕੇ ਦੇਖਣ ਦੇ ਲਈ ਕਿ ਮਛੰਦਰਨਾਥ ਜੋ ਕਹਿ ਰਿਹਾ ਠੀਕ ਕਹਿ ਰਿਹਾ ਜਾਂ ਗਲਤ ਹੈ। ਆਪਣੀ ਦਿਸ਼ ਡੈਨੀ ਫਲ ਜੋ, ਤੋਰ ਤੋਰ ਖਾਏ ਸਭ ਸੋ। ਹੁਣ ਜਿਹੜਾ ਟਾਹਣਾ ਉਹਨਾਂ ਦੀ ਦਿਸ਼ਾ ਵੱਲ ਸੀ ਉੱਥੇ ਵੀ ਚੜ ਗਏ ਕਈ, ਉੱਥੋਂ ਵੀ ਤੋੜ ਕੇ ਫਲ ਖਾਣ ਲੱਗ ਪਏ। ਅਤ ਕੌਰੇ ਜੋ ਜਾਏ ਨਾ ਖਾਏ, ਮੁਖ ਮੈਂ ਪਾਏ ਹਿਰਦੇ ਪਛਤਾਏ। ਉਹ ਕੌੜੇ ਸਨ, ਸਾਰੇ ਖਾਦੇ ਨਹੀਂ ਜਾਂਦੇ ਔਰ ਉਹ ਮੂੰਹ 'ਚ ਪਾ ਕੇ ਬੜੇ ਇਹ ਦੁਖੀ ਹੋਏ। ਸ਼੍ਰੀ ਪ੍ਰਭ ਬੋਲੇ ਹਮ ਦਿਸ਼ ਜੇ ਤੋ, ਮਧੁਰ ਦਿਓ ਕਰ ਸਗਰੋ ਤੇ ਤੋ। ਸਤਿਗੁਰੂ ਜੀ ਕਹਿਣ ਲੱਗੇ ਆ ਜਿਹੜਾ ਪਾਸਾ ਹੈ ਇੱਧਰ ਦੇਖੋ ਮਿੱਠੇ ਫਲ ਤੁਹਾਨੂੰ ਮਿਲਣਗੇ। ਆਪਣੀ ਦਿਸ਼ ਤੁਮ ਸਭ ਸਿੱਧ ਮਿਲ ਕੇ, ਮਧੁਰ ਲਿਓ ਕਰ ਖਾਵੋ ਛਿਲਕੇ। ਸਿੱਧੋ ਜਿੱਧਰ ਤੁਸੀਂ ਬੈਠੇ ਉਧਰ ਤੁਸੀਂ ਮਿੱਠੇ ਕਰ ਲਓ ਔਰ ਮਿਲ ਕੇ ਖਾ ਲਓ, ਤੁਸੀਂ ਕਿਉਂ ਕੌੜੇ ਫਲ ਖਾ ਰਹੇ ਹੋ। ਸੁਨ ਸਭ ਸਿੱਧਨ ਸ਼ਗਤ ਲਗਾਈ, ਮਧੁਰ ਨ ਬੇ ਰਹੇ ਕਰਆਈ। ਸਿੱਧਾਂ ਨੇ ਫਿਰ ਬੜੀ ਆਪਣਾ ਯਤਨ ਕੀਤਾ, ਆਪਣੀਆਂ ਕਰਾਮਾਤਾਂ ਵਰਤੀਆਂ, ਪਰ ਉਹਨਾਂ ਨੂੰ ਕਾਮਯਾਬੀ ਨਾ ਮਿਲੀ, ਉਹ ਫਲ ਕੌੜੇ ਹੀ ਰਹੇ। ਆਬ ਲੋ ਤੇ ਠਾਏ ਹੈ ਨਿਸ਼ਾਨੀ, ਅਰਧ ਮੁਦਰ ਅਰਧੈ ਕੁਰਬਾਨੀ। ਕਵੀ ਜੀ ਕਹਿੰਦੇ ਅਜੇ ਤੱਕ ਉੱਥੇ ਨਿਸ਼ਾਨੀ ਹੈ ਕਿ ਉਹ ਰੀਠੇ ਜਿਹੜੇ ਨੇ ਉਹ ਮਿੱਠੇ ਲੱਗਦੇ ਹਨ। ਗੁਰ ਕੀ ਅਜਮਤ ਅਦਕ ਨਿਹਾਰੀ, ਜਰੀ ਨਾ ਜਾਏ ਜਰੇ ਔਰ ਭਾਰੀ। ਸਤਿਗੁਰੂ ਜੀ ਦੀ ਅਜ਼ਮਤ, ਜਿਹਨੂੰ ਆਪਾਂ ਆਤਮਿਕ ਸ਼ਕਤੀ ਕਹਿ ਸਕਦੇ ਹਾਂ, ਆਤਮਿਕ ਬਲ ਕਹਿ ਸਕਦੇ ਹਾਂ, ਇਹਨੂੰ ਕੌਣ ਸਹਿਣ ਕਰ ਸਕਦਾ ਹੈ, ਇਹਦੀ ਬਰਾਬਰਤਾ ਕੌਣ ਕਰ ਸਕਦਾ ਹੈ। ਦਿਨ ਬੀਤਿਓ ਰਜਨੀ ਵੀ ਜਬ ਹੀ, ਮਿਲ ਕੇ ਸ਼ਲ ਕੀਨੋ ਇੱਕ ਤਬ ਹੀ। ਦਿਨ ਬਤੀਤ ਹੋ ਗਿਆ। ਸਿੱਧਾਂ ਨੇ ਇਦਾਂ ਦੇ ਕਈ ਤਰ੍ਹਾਂ ਦੇ ਨਾਟਕ ਚੇਟਕ ਜੇ ਸਤਿਗੁਰੂ ਜੀ ਦੇ ਨਾਲ ਕੀਤੇ। ਗੁਰੂ ਸਾਹਿਬ ਜੀ ਨੂੰ ਭਰਮਾਉਣ ਦਾ, ਆਪਣਾ ਸਤਿਗੁਰੂ ਜੀ ਦੇ ਉੱਪਰ ਇਹਨਾਂ ਨੇ ਰੋਹ ਪਾਉਣ ਦਾ ਯਤਨ ਕੀਤਾ, ਪਰ ਕੋਈ ਕਾਮਯਾਬੀ ਨਾ ਮਿਲੀ ਇਹਨਾਂ ਨੂੰ। ਆਖਰ ਰਾਤ ਆ ਗਈ ਜਿਸ ਵੇਲੇ ਖਨ ਦਰਨੀ ਬਾਲਕ ਬੈਠਾਇਓ, ਬਰਦੇ ਇੱਕ ਸਾਰ ਬਣਾਇਓ। ਹੁਣ ਇਹ ਰਿੱਧੀਆਂ ਸਿੱਧੀਆਂ ਵਾਲੇ ਕਿੰਨੇ ਕੁ ਇਮਾਨਦਾਰ ਨੇ। ਗੁਰਮਤ ਕਿਉਂ ਕਹਿੰਦੀ ਕਿ ਇਸ ਪਾਸੇ ਨਹੀਂ ਪੈਣਾ। ਗੁਰਮਤ ਨੇ ਕਿਤੇ ਨਹੀਂ ਕਿਹਾ ਕਿ ਤੁਸੀਂ ਰਿੱਧੀਆਂ ਸਿੱਧੀਆਂ ਵਾਲੇ ਪਾਸੇ ਪਾਓ ਜਾਂ ਤਪ ਕਰੋ ਰਿੱਧੀ ਸਿੱਧੀ ਮਿਲੇਗੀ। ਕਿਤੇ ਨਹੀਂ ਕਿਹਾ ਕਿ ਆਹ ਸ਼ਬਦ ਪੜੋਗੇ ਤੁਹਾਨੂੰ ਆਹ ਸਿੱਧੀ ਮਿਲੇਗੀ, ਇਹ ਪੜੋਗੇ ਆਹ ਮਿਲੇਗੀ। ਇਹ ਤਾਂ ਮੇਰੇ ਵਰਗਿਆਂ ਨੇ ਆਪਣਾ ਧੰਦਾ ਚਲਾਉਣ ਲਈ ਬਹੁਤ ਕੁਝ ਕੀਤਾ ਹੋਇਆ। ਬਾਜ਼ਾਰ 'ਚ ਗੁਟਕੇ ਮਿਲ ਜਾਣਗੇ, ਆਹ ਸ਼ਬਦ ਪੜੋ ਜੀ ਤੁਹਾਡੀ ਆਹ ਕਾਮਨਾ ਪੂਰੀ ਹੋਏਗੀ, ਆਹ ਕਾਮਨਾ ਪੂਰੀ ਹੋਏਗੀ। ਗੁਰਬਾਣੀ ਕਹਿੰਦੀ ਪ੍ਰਮਾਤਮਾ ਦਾ ਸਿਮਰਨ ਕਰੋ, ਕਾਮਨਾ ਰਹੇਗੀ ਕੋਈ ਨਹੀਂ, ਤੁਸੀਂ ਮਨ ਕਰਕੇ ਰੱਜ ਜਾਓਗੇ। ਜੇਕਰ ਤੁਸੀਂ ਕਹੋ ਕਿ ਕਾਮਨਾ ਪੂਰੀਆਂ ਤੇ ਮਨੁੱਖ ਦੀਆਂ ਕਦੀ ਹੁੰਦੀਆਂ ਹੀ ਨਹੀਂ। ਮਨੁੱਖ ਦਾ ਮਨ ਤੇ ਇੰਨਾ ਕਲਪਦਾ ਰਹਿੰਦਾ ਹੈ, ਇਹਨੂੰ ਤੁਸੀਂ ਕਦੀ ਰਜਾ ਨਹੀਂ ਸਕਦੇ, ਇਹ ਤ੍ਰਿਪਤ ਹੋ ਹੀ ਨਹੀਂ ਸਕਦਾ। ਇਹ ਤੇ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀਏ, ਇਹ ਤੇ ਹੋਰ ਪਰੇ ਤੋਂ ਪਰੇ ਤੁਰਿਆ ਫਿਰਦਾ ਹੈ।
ਲੱਖ ਵਾਲਾ ਕਹਿੰਦਾ ਕਰੋੜਪਤੀ ਬਣ ਜੇ, ਕਰੋੜਪਤੀ ਬਣ ਕੇ ਕਹਿੰਦਾ ਅਰਬਪਤੀ ਬਣ ਜੇ, ਅਰਬਪਤੀ ਕਹਿੰਦਾ ਹੋਰ ਅੱਗੇ ਵੱਧ ਜਾਈਏ, ਅੱਗੇ ਤੋਂ ਅੱਗੇ ਬੰਦਾ ਤੁਰਿਆ ਚਲਿਆ ਜਾਂਦਾ। ਕਾਮਨਾਵਾਂ ਕਦੀ ਪੂਰੀਆਂ ਨਹੀਂ ਹੁੰਦੀਆਂ ਮਨੁੱਖ ਦੀਆਂ। ਦਰਅਸਲ ਪ੍ਰਮਾਤਮਾ ਦੇ ਸਿਮਰਨ ਜੁੜ ਕੇ ਮਨੁੱਖ ਦੇ ਅੰਦਰ ਇਹ ਕਾਮਨਾਵਾਂ ਪੈਦਾ ਹੀ ਨਹੀਂ ਹੁੰਦੀਆਂ। ਮਨੁੱਖ ਅੰਦਰੋਂ ਤ੍ਰਿਪਤ ਹੋ ਜਾਂਦਾ, ਅੰਦਰੋਂ ਰੱਜ ਜਾਂਦਾ। ਜੋ ਕੁਝ ਪ੍ਰਮਾਤਮਾ ਦਿੰਦਾ ਉਹਨੂੰ ਖਿਹੜੇ ਮੱਥੇ ਪ੍ਰਵਾਨ ਕਰ ਲੈਂਦਾ, ਰੱਬ ਦੀ ਰਜ਼ਾ 'ਚ ਵਿਚਰਦਾ ਬੰਦਾ। ਇਸ ਕਰਕੇ ਗੁਰਮਤਿ ਨੇ ਕਿਤੇ ਨਹੀਂ ਕਿਹਾ ਕਿ ਆਪਾਂ ਇਸ ਪਾਸੇ ਪਈਏ। ਗੁਰਬਾਣੀ ਸਾਨੂੰ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਵਾਹਿਗੁਰੂ ਜੀ ਵਰਗਾ ਬਣਾਉਣਾ ਚਾਹੁੰਦੀ ਹੈ, ਅੰਦਰੋਂ ਸਾਨੂੰ ਰਾਜਾ ਬਣਾਉਣਾ ਚਾਹੁੰਦੀ ਹੈ ਕਿ ਸਾਡੀ ਜ਼ਿੰਦਗੀ 'ਚ ਕੋਈ ਭਟਕਣਾ, ਕੋਈ ਭੁੱਖ, ਕੋਈ ਤ੍ਰਿਸ਼ਨਾ ਰਹੇ ਹੀ ਨਾ, ਕੋਈ ਕਿਸੇ ਤਰ੍ਹਾਂ ਦੀ ਸਾਡੇ ਮਨ ਦੀ ਖਵਾਸ ਰਹੇ ਨਾ। ਅਸੀਂ ਇਹਦੇ ਉੱਪਰ ਜਿੱਤ ਪ੍ਰਾਪਤ ਕਰ ਲਈਏ, ਮਨ ਨੂੰ ਜਿੱਤ ਲਈਏ। ਔਰ ਇਹਦੀਆਂ ਸਿੱਧੀਆਂ ਵਾਲੇ ਕਿੰਨੇ ਹੋਛੇ ਹੁੰਦੇ ਨੇ। ਪੜ੍ਹ ਲਓ ਇਤਿਹਾਸ, ਜਿੰਨੇ ਵੱਡੇ ਵੱਡੇ ਤਪਸਵੀ ਹੋਏ ਨੇ। ਦੁਰਵਾਸਾ ਰਿਸ਼ੀ ਇੱਕ ਬੜਾ ਵੱਡਾ ਤਪਸਵੀ ਹੋਇਆ। ਹੁਣ ਤੁਸੀਂ ਉਹਦਾ ਇਤਿਹਾਸ ਪੜ੍ਹੋਗੇ ਦੁਰਵਾਸਾ ਰਿਸ਼ੀ ਦਾ, ਕਦੀ ਕਿਸੇ ਨੂੰ ਸ਼ਰਾਪ ਦੇ ਦਿੱਤਾ, ਕਦੀ ਕਿਸੇ ਨੂੰ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਬਚਨ ਲਿਖਿਆ ਬਾਬਾ ਨਾਮਦੇਵ ਸਾਹਿਬ ਜੀ ਨੇ, ਦੁਰਵਾਸਾ ਸੋ ਕਰਤ ਠਕੌਰੀ ਜਾਦਵ ਇਹ ਫਲ ਪਾਏ, ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ। ਕਹਿੰਦੇ ਦੁਰਵਾਸਾ ਰਿਸ਼ੀ ਬੈਠਾ ਹੈ ਤੇ ਜਾਦਵਾਂ ਦੇ ਨਿਆਣੇ ਪਸ਼ੂ ਚਾਰਦੇ ਦੇ ਕੋਲ ਆ ਗਏ। ਇੱਕ ਨੌਜਵਾਨ ਬੱਚੇ ਦੇ ਪੇਟ ਤੇ ਇਹਨਾਂ ਨੇ ਬਾਟੀ ਬੰਨ੍ਹ ਕੇ ਉੱਪਰ ਬੀਬੀਆਂ ਵਾਲੇ ਕੱਪੜੇ ਪਵਾ ਕੇ ਸਿਰ ਤੇ ਚੁੰਨੀ ਦੇ ਕੇ ਕਹਿਣ ਲੱਗੇ, ਰਿਸ਼ੀ ਜੀ ਇਹ ਸਾਡੀ ਲੜਕੀ ਹੈ, ਇਹ ਇਸਤਰੀ ਹੈ, ਇਹਦੇ ਬੱਚਾ ਹੋਣ ਵਾਲਾ, ਦੱਸੋ ਲੜਕੀ ਹੋਏਗੀ ਕਿ ਲੜਕਾ ਹੋਏਗਾ। ਮਖੌਲ ਕੀਤਾ ਉਹਨੂੰ ਆ ਕੇ। ਦੁਰਵਾਸਾ ਨੂੰ ਜਦੋਂ ਵਾਰ-ਵਾਰ ਕਰਨ ਤਪ 'ਚ ਬੈਠਾ ਖਿੱਚ ਗਿਆ, ਖਿੱਚ ਕੇ ਕਹਿਣ ਲੱਗਾ ਇਹਦੇ ਘਰ ਉਹ ਜਨਮੇਗਾ ਜਿਹੜਾ ਤੁਹਾਡੀ ਕੁੱਲ ਦਾ ਨਾਸ਼ ਕਰ ਦੇਵੇਗਾ। ਹੁਣ ਤਪਸਵੀ ਨੇ ਕਿਸੇ ਦੀ ਕੁੱਲ ਦਾ ਨਾਸ਼ ਕਰਨ ਦਾ ਸ਼ਰਾਪ ਦੇ ਦਿੱਤਾ। ਕਹਿੰਦੇ ਉਹ ਬੱਚਿਆਂ ਨੂੰ ਬੜਾ ਪਛਤਾਵਾ ਲੱਗਾ। ਜਿਉਂ ਲੱਗੇ ਬਾਟੀ ਨੂੰ ਮਾਂਜਣ, ਬਾਟੀ ਨੂੰ ਮਾਂਜ ਕੇ ਉਹਨੂੰ ਚੂਰ ਐਨ ਰੇਤ 'ਚ ਮਿਲਾਤਾ। ਥੋੜ੍ਹੀ ਜਿਹੀ ਚਿੱਪਰ ਰਹਿ ਗਈ, ਉਹ ਸੁੱਟ ਦਿੱਤੀ ਉਹਨਾਂ ਨੇ। ਉਹ ਜਿੱਥੇ ਜਿੱਥੇ ਉਹਦਾ ਰੇਤ ਵਿੱਚ ਉਹ ਖਿਲ ਰਿਹਾ ਨਾ ਚੂਨਾ ਜਿਹਾ, ਲੋਹ ਚੂਨ ਜਿਹਾ, ਉੱਥੇ ਉੱਥੇ ਇੱਕ ਦਬ ਪੈਦਾ ਹੋਈ ਜਿਹੜੀ ਬੜੀ ਤਿੱਖੀ ਨੁਕੀਲੀ ਸੀ। ਕਹਿੰਦੇ ਇੱਕ ਵਾਰੀ ਯਾਦ ਉਹ ਉੱਥੇ ਕਿਤੇ ਕੋਈ ਮੇਲਾ ਸੀ, ਲੜ ਪਏ ਤੇ ਉਹ ਦਬ ਪੁੱਟ ਕੇ ਇੱਕ ਦੂਜੇ ਨੂੰ ਉਹਨਾਂ ਨੇ ਮਾਰਨੀ ਸ਼ੁਰੂ ਕਰਤੀ। ਨੁਕੀਲੀ ਦਬ ਨਾਲ ਕਈ ਬੰਦੇ ਮਾਰੇ ਗਏ। ਉਹ ਜਿਹੜੀ ਬਾਕੀ ਚਿੱਪਰ ਜੀ ਰਹਿ ਗਈ ਸੀ ਨਾ, ਪੱਤਰੀ ਜੀ ਸੁੱਟਤੀ ਉਹਨਾਂ ਨੇ। ਜਿਵੇਂ ਪੁਰਾਣਕ ਕਥਾ ਮੈਂ ਸੁਣਾ ਰਿਹਾ। ਕਹਿੰਦੇ ਉਹ ਡਿੱਗ ਪਈ ਦਰਿਆ 'ਚ, ਮੱਛੀ ਨੇ ਨਿਕਲੀ, ਮੱਛੀ ਇੱਕ ਸ਼ਿਕਾਰੀ ਨੇ ਫੜੀ, ਜਦੋਂ ਉਹਨੂੰ ਚੀਰਿਆ ਉਹਦੇ ਵਿੱਚੋਂ ਬੜੀ ਸੋਹਣੀ ਉਹ ਨਿਕਲੀ ਉਹ ਚਿੱਪ ਜੀ। ਉਹਨੇ ਉਹਨੂੰ ਤੀਰ ਤੇ ਲਗਾ ਲਿਆ, ਤੀਰ ਤੇ। ਤੇ ਇੱਕ ਦਿਨ ਸ਼ਿਕਾਰ ਖੇਡਣ ਲਈ ਗਿਆ, ਉਹਨੇ ਦੂਰ ਦੇਖਿਆ ਜਿਵੇਂ ਅੱਖ ਚਮਕਦੀ ਹਿਰਨ ਦੀ। ਉਹਨੇ ਤੀਰ ਚਲਾਇਆ ਕਿ ਸ੍ਰੀ ਕ੍ਰਿਸ਼ਨ ਜੀ ਸੁੱਤੇ ਪਏ ਸੀ, ਉਹਨਾਂ ਦੇ ਪੈਰਾਂ ਦਾ ਕੋਈ ਗਹਿਣਾ ਚਮਕਦਾ ਸੀ, ਉਹ ਤੀਰ ਉਹਨਾਂ ਦੇ ਪੈਰ 'ਚ ਵੱਜਿਆ ਤੇ ਇੱਦਾਂ ਉਹਨਾਂ ਦਾ ਅੰਤ ਹੋ ਗਿਆ। ਇਹ ਹੈ ਤਪਸਵੀਆਂ ਦਾ ਇਤਿਹਾਸ। ਸ਼ਰਾਪ ਦੇ ਕੇ ਕੁੱਲ ਬਰਬਾਦ ਕਰ ਦੇਣੀ। ਅਮਰੀਕ ਰਾਜੇ ਤੇ ਨਾਰਾਜ਼ ਹੋ ਗਿਆ ਦੁਰਵਾਸਾ ਰਿਸ਼ੀ। ਕਹਿੰਦੇ ਅਮਰੀਕ ਰਾਜੇ ਦੇ ਮਗਰ ਇਹਨੇ ਆਪਣੀ ਇੱਕ ਜੜਾਂ ਖਿੱਚੀ, ਉਹਦੇ 'ਚੋਂ ਚੜੇਲ ਬਣ ਕੇ ਉਹਦੇ ਮਗਰ ਭੱਜ ਉੱਠੀ। ਜਿਹਦੇ ਸਿਰ 'ਚ ਚੜੇਲਾਂ ਰੁਕੀਆਂ ਨੇ ਉਹ ਕਿਹੋ ਜਿਹਾ ਤਪਸਵੀ ਹੋ ਸਕਦਾ ਹੈ? ਜਿਹੜਾ ਆਪਣੇ ਬਚਨਾਂ ਨਾਲ ਹੀ ਕਿਸੇ ਦੀ ਕੁੱਲ ਬਰਬਾਦ ਕਰ ਦੇ, ਉਹ ਕਿਹੋ ਜਿਹਾ ਤਪਸਵੀ ਹੋ ਸਕਦਾ ਹੈ? ਗੁਰਮਤਿ ਨੇ ਇਹੋ ਜਿਹੇ ਕਿਸੇ ਤਪ ਦੀ ਗੱਲ ਨਹੀਂ ਕਹੀ। ਗੁਰਬਾਣੀ ਕਹਿੰਦੀ ਪਰਮਾਤਮਾ ਦਾ ਸਿਮਰਨ ਕਰੋ, ਸਰਬੱਤ ਦੇ ਪੱਲੇ ਦੀ ਗੱਲ। ਪੜ੍ਹੋ ਇਤਿਹਾਸ ਬਾਬਾ ਨਾਨਕ ਜੀ ਮਹਾਰਾਜ ਦਾ। ਲੋਕਾਂ ਨੇ ਸਤਿਗੁਰੂ ਜੀ ਨੂੰ ਭੂਤਨਾ ਵੀ ਕਿਹਾ, ਸਤਿਗੁਰੂ ਜੀ ਨੂੰ ਪੱਥਰ ਵੀ ਮਾਰੇ, ਸਤਿਗੁਰੂ ਜੀ ਨੇ ਟੰਗੋਂ ਫੜ ਘਸੀਟਿਆ, ਸਤਿਗੁਰੂ ਜੀ ਨੇ ਟੰਗੋਂ ਫੜ ਕੇ ਘਸੀਟਿਆ ਵੀ। ਹੋਰ ਪਤਾ ਨਹੀਂ ਕੀ ਕੁਝ ਸਤਿਗੁਰੂ ਜੀ ਦੇ ਨਾਲ ਕੀਤਾ ਹੋਏਗਾ, ਸਾਡੇ ਕੋਲ ਤੇ ਪੂਰਾ ਇਤਿਹਾਸ ਨਹੀਂ ਪਹੁੰਚਿਆ। ਪਰ ਸਤਿਗੁਰੂ ਜੀ ਨੇ ਕਿਸੇ ਨੂੰ ਕੌੜਾ ਬਚਨ ਨਹੀਂ ਕਿਹਾ, ਕੋਈ ਬੁਰਾ ਬਚਨ ਨਹੀਂ ਕਿਹਾ। ਸੁਲਤਾਨਪੁਰ ਜਿਸ ਵੇਲੇ ਸਤਿਗੁਰੂ ਜੀ ਵੇਈ ਨਦੀ 'ਚੋਂ ਬਾਹਰ ਆਉਂਦੇ ਨੇ, ਸੁਲਤਾਨਪੁਰ ਦੇ ਸ਼ਮਸ਼ਾਨ ਘਾਟ 'ਚ ਬੈਠ ਜਾਂਦੇ ਨੇ, ਤੇ ਲੋਕੀ ਕਹਿੰਦੇ ਜੀ ਨਾਨਕ ਨੂੰ ਤੇ ਕੋਈ ਭੂਤ ਪ੍ਰੇਤ ਚੰਬੜ ਗਿਆ। ਉਸ ਵੇਲੇ ਇੱਕ ਮਲਾਣਾ ਬੁਲਾਇਆ ਗਿਆ। ਮਲਾਣਾ ਸਤਿਗੁਰੂ ਜੀ ਕੋਲ ਆ ਕੇ ਕਹਿਣ ਲੱਗਾ ਮੈਂ ਹੁਣੇ ਭੂਤ ਕੱਢ ਦੇਵਾਂਗਾ। ਬੜੇ ਆਪਣੇ ਮੰਤਰ ਜੇ ਪੜ੍ਹਨ ਲੱਗਾ। ਹੁਣ ਸਤਿਗੁਰੂ ਜੀ ਤੇ ਰੱਬ ਦੀ ਮੌਜ ਵਿੱਚ ਬੈਠੇ ਨੇ। ਮਲਾਣੇ ਨੇ ਆ ਕੇ ਧੂਪ ਜੀ ਦਿਖਾ ਕੇ ਸਤਿਗੁਰੂ ਜੀ ਦੇ ਨਾਸਕਾਂ 'ਚ ਇੱਕ ਕਾਗਜ਼ ਦੇ ਦੇਣ ਦਾ ਯਤਨ ਕੀਤਾ, ਧੂਆਂ ਚਾੜਨ ਦਾ ਯਤਨ ਕੀਤਾ। ਸਤਿਗੁਰੂ ਜੀ ਬੜੇ ਰਸ ਵਿੱਚ ਜੁੜੇ ਹੋਏ ਸਨ, ਬੜੇ ਆਨੰਦ ਜੁੜੇ ਹੋਏ ਸਨ। ਹੁਣ ਕੋਈ ਆਨੰਦ 'ਚ ਜੁੜਿਆ ਹੋਏ ਤੇ ਉਹਨੂੰ ਕੋਈ ਇੱਦਾਂ ਤੰਗ ਕਰੇ ਤੇ ਦੁਰਵਾਸਾ ਵਰਗੇ ਤੇ ਉਸ ਵੇਲੇ ਉਹਨੂੰ ਤਬਾਹ ਕਰ ਦਿੰਦੇ। ਲੇਕਿਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸਹਿਜ ਨਾਲ ਨੇਤਰ ਖੋਲ੍ਹਦੇ ਇੰਨਾ ਪਿਆਰਾ ਬਚਨ ਗਾਇਨ ਕੀਤਾ, ਉਹ ਮਲਾਣੇ ਦਾ ਵੀ ਉਧਾਰ ਹੋ ਗਿਆ। ਗੁਰੂ ਸਾਹਿਬ ਜੀ ਮਹਾਰਾਜ ਨੂੰ ਲੋਕਾਂ ਨੇ ਪੱਥਰ ਵੀ ਮਾਰੇ, ਇੱਟਾਂ ਵੀ ਮਾਰੀਆਂ, ਪਰ ਸਤਿਗੁਰੂ ਜੀ ਨੇ ਕਿਸੇ ਦਾ ਬੁਰਾ ਨਹੀਂ ਕੀਤਾ। ਸਗੋਂ ਸਤਿਗੁਰੂ ਜੀ ਸਰਬੱਤ ਦੇ ਭਲੇ ਦੀ ਗੱਲ ਕਰਦੇ ਰਹੇ। ਸਿਮਰਨ ਤੁਹਾਡੇ ਅੰਦਰ ਸਹਿਣਸ਼ੀਲਤਾ ਪੈਦਾ ਕਰਦਾ ਹੈ। ਸਿਮਰਨ
ਤੁਹਾਡੇ ਅੰਦਰ ਪ੍ਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ, ਮਾਨਵਤਾ ਦਾ ਪਿਆਰ ਕਰਦਾ ਹੈ, ਤੁਹਾਡੇ ਅੰਦਰ ਸਰਬੱਤ ਦੇ ਭਲੇ ਦਾ ਇੱਕ ਜਜ਼ਬਾ ਪੈਦਾ ਕਰਦਾ ਹੈ। ਔਰ ਗੁਰੂ ਨਾਨਕ ਦੇ ਘਰ ਨੇ ਤੇ ਇਹ ਗੱਲ ਕਹੀ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਇਸ ਕਰਕੇ ਇਹ ਤਪਸਵੀਆਂ ਦਾ ਇਤਿਹਾਸ ਅਸੀਂ ਰਿੱਧੀਆਂ ਸਿੱਧੀਆਂ ਵਾਲਿਆਂ ਦਾ ਪੜ੍ਹ ਰਹੇ ਕਿ ਕਿੰਨੇ ਹੋਛੇ ਨੇ, ਵਾਰ-ਵਾਰ ਸਤਿਗੁਰੂ ਜੀ ਦੇ ਨਾਲ ਖਹਿਬਾਜੀ ਲੈ ਰਹੇ ਨੇ। ਹੁਣ ਇਹਨਾਂ ਨੇ ਕੀ ਕੀਤਾ, ਕਿੰਨੇ ਨੀਵੇਂ ਡਿੱਗ ਗਏ ਲੋਕ, ਕਿੱਦਾਂ ਡਿੱਗ ਸਕਦੇ ਨੇ ਇਹੋ ਜਿਹੇ ਲੋਕ। ਇਹਨਾਂ ਨੇ ਰਾਤ ਨੂੰ ਪਤਾ ਕੀ ਕੀਤਾ, ਦੇਖੋ ਜੇ ਇਹਨਾਂ ਦੀਆਂ ਕੋਈ ਕਰਾਮਾਤਾਂ ਹੁੰਦੀਆਂ, ਗੁਰਮਤਾਂ ਇਹਨਾਂ ਚੀਜ਼ਾਂ ਨੂੰ ਮੰਨਦੀ ਨਹੀਂ ਬਿਲਕੁਲ ਵੀ। ਜੇ ਇਹਨਾਂ ਦੀਆਂ ਕਰਾਮਾਤਾਂ ਸੱਚੀਆਂ ਹੋਣ ਤੇ ਇਹਨਾਂ ਝੂਠ ਬੋਲਣੇ। ਇਹਨਾਂ ਨੇ ਕੀ ਕੀਤਾ ਕਿ ਧਰਤੀ 'ਚ ਇੱਕ ਟੋਆ ਪੁੱਟਿਆ, ਉੱਥੇ ਇੱਕ ਬਾਲਕ ਵਾੜ ਦਿੱਤਾ ਵਿੱਚ, ਉੱਪਰੇ ਇਹਨਾਂ ਨੇ ਫਿਰ ਮਿੱਟੀ ਪਾਤੀ, ਛੱਤ ਦਿੱਤਾ ਵਿੱਚ, ਕੋਈ ਬਣਾ ਲਈ ਹੋਏਗੀ ਗੁਫਾ ਜਿਵੇਂ ਵੀ ਹੈ, ਬਾਲਕ ਵਾੜ ਦਿੱਤਾ ਰਾਤੋਂ ਰਾਤ। ਆਸ ਕਰ ਪ੍ਰਭ ਸੋ ਕਹਿਓ ਬਹੋਰੀ, ਚੋ ਜੇ ਪੂਜਾ ਨਿਜ ਸਭ ਠੌਰੀ। ਤੇ ਸਤਿਗੁਰੂ ਜੀ ਨੂੰ ਪਤਾ ਕੀ ਕਹਿਣ ਲੱਗੇ ਦਿਨ ਚੜ੍ਹਦੇ, ਕਿ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ, ਜੇ ਤੁਸੀਂ ਇੱਥੇ ਆਪਣਾ ਮਾਣ ਤਣ ਬਣਾਉਣਾ ਚਾਹੁੰਦੇ ਹੋ ਤਾਂ ਧਰਨੀ ਕੋ ਬੁਲਾਏ ਬਿਨ ਦੇਰੀ, ਬਿਨ ਬੂਝ ਲਿਓ ਇਹ ਹੈ ਕਿਸ ਕੇਰੀ। ਆਪਾਂ ਧਰਤੀ ਨੂੰ ਹੀ ਪੁੱਛ ਲੈਨੇ ਆ ਕਿ ਧਰਤੀ ਤੁਹਾਨੂੰ ਪ੍ਰਵਾਨ ਕਰਦੀ ਹੈ ਕਿ ਸਾਨੂੰ ਪ੍ਰਵਾਨ ਕਰਦੀ ਹੈ। ਹੇਠਾਂ ਬੰਦਾ ਬੱਚਾ ਲੁਕਾਇਆ ਹੋਇਆ ਹੈ, ਉਹਨੂੰ ਸਿਖਾਇਆ ਹੈ ਕਿ ਜੋ ਅਸੀਂ ਕਵਾਂਗੇ ਤੂੰ ਇਦਾਂ ਕਹਿਣਾ ਹੈ। ਕਹਿਣ ਲੱਗੇ ਧਰਤੀ ਨੂੰ ਆਵਾਜ਼ ਮਾਰਾਂਗੇ। ਇਹ ਕੁਝ ਕਰਦੇ ਨੇ ਨਾਟਕਾਂ ਚੇਟਕਾਂ ਵਾਲੇ, ਧੋਖਾ ਧੜੀ ਲੋਕਾਂ ਦੇ ਨਾਲ। ਅੰਦਰ ਕੁਝ ਹੋਰ ਹੁੰਦਾ ਤੇ ਬਾਹਰੋਂ ਕਹਿਣਗੇ ਜੀ ਬੜੀ ਤਗੜੀ ਕਰਾਮਾਤ ਹੈ ਸਾਡੇ ਕੋਲ। ਲੋਕਾਂ ਨੂੰ ਕੇਵਲ ਮੂਰਖ ਬਣਾਇਆ ਜਾਂਦਾ ਹੈ ਕਰਾਮਾਤਾਂ ਦੇ ਨਾਂ ਤੇ। ਕਹਿਣ ਲੱਗੇ ਧਰਤੀ ਨੂੰ ਪੁੱਛਾਂਗੇ ਕਿ ਧਰਤੀ ਨਾਨਕ ਦੀ ਹੈ ਜਾਂ ਜੋਗੀਆਂ ਦੀ ਹੈ, ਤੇ ਜੋ ਧਰਤੀ ਉੱਤਰ ਦੇਗੀ ਉਹ ਬੰਦਾ ਇੱਥੇ ਰਹਿ ਜਾਏਗਾ। ਉੱਤਰ ਦੇ ਕੇ ਹੈ ਮੈਂ ਤੇਰੀ, ਆਪ ਜਾਵੋ ਕੋਈ ਨਾ ਫੇਰੀ। ਜੇ ਧਰਤੀ ਕਹਿ ਦੇਵੇ ਤੁਹਾਨੂੰ ਕਿ ਤੁਹਾਡੀ ਆ ਤੇ ਤੁਸੀਂ ਇੱਥੇ ਬੈਠੋ, ਅਸੀਂ ਚਲੇ ਜਾਵਾਂਗੇ। ਜੇ ਨਿਜ ਵਿਖੇ ਸ਼ਕਤ ਨੈ ਪਾਵੈ, ਕੋ ਹਮ ਸੰਗ ਬੁਲਾਏ ਦਿਖਾਵੈ। ਸਤਿਗੁਰੂ ਜੀ ਨੂੰ ਕਹਿਣਗੇ ਤੁਸੀਂ ਧਰਤੀ ਨੂੰ ਆਵਾਜ਼ ਮਾਰੋ, ਪੁੱਛੋ ਕਿ ਧਰਤੀ ਇਹ ਤੂੰ ਸਾਡੀ ਆ ਜਾਂ ਕਿਹਦੀ ਹੈ। ਜੇ ਤੇ ਧਰਤੀ ਆਵਾਜ਼ ਦੇ ਦੇਵੇਗੀ ਕਿ ਤੁਹਾਡੀ ਆ, ਫਿਰ ਤੇ ਅਸੀਂ ਚਲੇ ਜਾਵਾਂਗੇ। ਪਰ ਜੇ ਤੁਹਾਡੇ ਬੁਲਾਉਣ ਤੇ ਧਰਤੀ ਬੋਲੀ ਨਾ, ਫਿਰ ਅਸੀਂ ਬੁਲਾਵਾਂਗੇ, ਫਿਰ ਪੁੱਛਾਂਗੇ ਕਿ ਧਰਤੀ ਕਿਹਦੀ ਹੈ। ਸੁਨ ਮੁਸਕਾਨੇ ਸ਼੍ਰੀ ਗੁਣ ਖਾਨੀ, ਤਿਨ ਕੇ ਸੰਗ ਬਨੀ ਏਮ ਬਾਨੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਹੁਤ ਮਹਾਨ ਸਨ, ਬੜੇ ਰੌਸ਼ਨ ਦਿਮਾਗ ਸਨ। ਇਹਨਾਂ ਦੀਆਂ ਇਹ ਨਾਟਕਾਂ ਚੇਟਕਾਂ ਨੂੰ ਸਤਿਗੁਰੂ ਜੀ ਬੜੇ ਚੰਗੇ ਤਰੀਕੇ ਨਾਲ ਜਾਣਦੇ ਵੀ ਕੀ ਕੁਝ ਕਰ ਸਕਦੇ ਨੇ, ਇਹ ਕਿੰਨੇ ਨੀਵੇਂ ਡਿੱਗ ਸਕਦੇ ਨੇ। ਗੁਰੂ ਨਾਨਕ ਸਾਹਿਬ ਜੀ ਜਾਣਦੇ ਸਨ ਇਹਨਾਂ ਲੋਕਾਂ ਨੂੰ। ਔਰ ਗੁਰੂ ਸਾਹਿਬ ਜੀ ਮੁਸਕਰਾਏ। ਸਤਿਗੁਰੂ ਜੀ ਕਹਿੰਦੇ ਠੀਕ ਹੈ ਬਈ, ਪੁੱਛ ਲਓ ਆਪਣੀ ਧਰਤੀ ਨੂੰ ਤੁਸੀਂ। ਸ਼ਕਤਵਾਨ ਏਕ ਜਗਤੇਸ਼ਾ, ਹਮਰੇ ਵਿਖੇ ਨ ਪਾਏ ਤਲੇਸ਼ਾ। ਸਤਿਗੁਰੂ ਜੀ ਕਹਿਣਗੇ ਗੱਲ ਇਹ ਹੈ, ਜਿੱਥੋਂ ਤੱਕ ਸ਼ਕਤੀ ਦੀ ਗੱਲ ਹੈ, ਸ਼ਕਤੀ ਤੇ ਪ੍ਰਮਾਤਮਾ ਕੋਲ ਹੀ ਹੈ। ਸਾਡੇ ਕੋਲ ਕੋਈ ਤਾਕਤ ਨਹੀਂ ਹੈ ਭਾਈ ਆਪਾਂ ਧਰਤੀ ਨੂੰ ਬੁਲਾ ਸਕੀਏ, ਸਾਡੇ 'ਚ ਕੋਈ ਸਮਰੱਥਾ ਨਹੀਂ ਹੈ। ਅਜ਼ਮਤ ਕੋ ਹੰਕਾਰ ਤੁਮਾਰੇ, ਹਮੇ ਦਿਖਾਵੋ ਦੇਖਨ ਹਾਰੇ। ਜੋ ਕਰਾਮਾਤ ਤੁਹਾਡੇ ਕੋਲ ਹੈ, ਤੁਸੀਂ ਕਰਾਮਾਤ ਦਿਖਾ ਲਓ, ਸਾਡੇ ਕੋਲ ਕੋਈ ਕਰਾਮਾਤ ਨਹੀਂ। ਕਰਾਮਾਤ ਤਾਂ ਪਰਮਾਤਮਾ ਦੇ ਹੱਥ ਹੈ ਸਾਰੀ ਤਾਕਤ। ਦੇਖੋ ਕਿੰਨੀ ਵੱਡੀ ਗੱਲ ਹੈ। ਸਮਰੱਥ ਹੁੰਦਿਆਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਆਪਣੇ ਆਪ ਨੂੰ ਨੀਵਾਂ ਦਰਸਾਉਣਾ, ਇਹ ਗੁਰੂ ਸਾਹਿਬ ਜੀ ਦੀ ਵਡਿਆਈ ਹੈ। ਸਤਿਗੁਰੂ ਜੀ ਕਹਿਣ ਲੱਗੇ ਬਈ ਤੁਹਾਡੇ ਕੋਲ ਕਰਾਮਾਤਾਂ ਦਾ ਇੰਨਾ ਹੰਕਾਰ ਹੈ, ਤੁਸੀਂ ਆਪ ਹੀ ਪੁੱਛ ਲਓ ਧਰਤੀ ਨੂੰ, ਜੋ ਕਹੇਗੀ ਅਸੀਂ ਮੰਨ ਲਵਾਂਗੇ। ਸੁਣ ਕੇ ਸਿੱਧਨ ਗਿਰਾਇਓ ਚਾਰੀ, ਜੇ ਦਰਣੀ ਤੋਂ ਹੈ ਹਮਾਰੀ। ਤੇ ਸਤਿਗੁਰੂ ਜੀ ਦੀ ਇਹ ਗੱਲ ਸੁਣ ਕੇ ਸਿੱਧਾਂ ਨੂੰ ਚੜ ਗਿਆ ਚਾਹ, ਕਿਉਂਕਿ ਉਹਨਾਂ ਦੇ ਪਹਿਲਾਂ ਹੀ ਟਕਵੰਜ ਰਚਿਆ ਹੋਇਆ ਸੀ ਕਿ ਸਾਡੀ ਗੱਲ ਬਣ ਗਈ, ਇਹਦੇ ਕੋਲ ਤੇ ਕਰਾਮਾਤ ਹੀ ਕੋਈ ਨਹੀਂ ਹੈ। ਸਿੱਧਾਂ ਨੇ ਆਵਾਜ਼ ਮਾਰੀ ਕਿ ਇਹ ਧਰਤੀ 3 ਵਾਰੀ ਤੈਨੂੰ ਪੁੱਛਾਂਗੇ, ਤੂੰ ਦੱਸ ਦੇ ਤੂੰ ਸਿੱਧਾਂ ਦੀ ਹੈ ਕਿ ਨਾਨਕ ਦੀ ਹੈ। ਤੋ ਉੱਤਰ ਦੀ ਜੈ 3 ਵਾਰੀ, ਮੈਂ ਸਿੱਧਨ ਕੀ ਕਹੋ ਪੁਕਾਰੀ। 3 ਵਾਰੀ ਕਹਿ ਦੇ ਕਿ ਮੈਂ ਸਿੱਧਾਂ ਦੀ ਹਾਂ, ਸਿੱਧਾਂ ਦੀ ਹਾਂ, ਬਸ ਫਿਰ ਧਰਤੀ ਸਾਡੀ ਹੋ ਜਾਏਗੀ। ਸੁਨ ਸਿਸ ਬੋਲਿਓ ਧਰਨ ਮਜਾਰੀ, ਮੈਂ ਸਿੱਧਨ ਕੀ ਨਿਤ ਅਨੁਸਾਰੀ। ਜਦੋਂ ਉਹਨਾਂ ਨੇ ਆਵਾਜ਼ ਮਾਰੀ ਨਾ ਕਿ ਧਰਤੀ ਬੋਲ, ਤੂੰ ਸਿੱਧਾਂ ਦੀ ਹੈ ਕਿ ਕਿਹਨਾਂ ਦੀ ਹੈ, ਤੇ ਹੇਠੋਂ ਜਿਹੜਾ ਬੱਚਾ ਨਹੀਂ ਸੀ ਲੁਕਾਇਆ ਹੋਇਆ ਉਹ ਬੋਲ ਪਿਆ ਕਿ ਮੈਂ ਤੇ ਸਿੱਧਾਂ ਦੀ ਹਾਂ। ਦੁਤੇ ਬਾਰ ਸਿੱਧ ਬੂਝਣ ਲਾਗੇ, ਬੋਲਿਓ ਬਾਲਕ ਜਿਉ ਕਹਿ ਆਗੇ। ਪਹਿਲੀ ਆਵਾਜ਼ ਮਾਰੀ, ਬੱਚਾ ਕਹਿਣ ਲੱਗਾ ਆਵਾਜ਼ ਦੇ ਕੇ ਜਿਵੇਂ ਧਰਤੀ ਬੋਲ ਰਹੀ ਕਿ ਮੈਂ ਸਿੱਧਾਂ ਦੀ ਹਾਂ। ਫਿਰ ਦੂਸਰੀ ਆਵਾਜ਼ ਮਾਰੀ, ਫਿਰ ਆਵਾਜ਼ ਆਈ ਕਿ ਮੈਂ ਸਿੱਧਾਂ ਦੀ ਹਾਂ। ਤੀਸਰ ਬਾਰ ਉਦਤ ਬਾਜਾ ਬਹੀ, ਪੂਰਬ ਸਤਗੁਰ ਬੋਲੇ ਤਬ ਹੀ। ਤੀਜੀ ਵਾਰੀ ਆਵਾਜ਼ ਮਾਰੀ ਨਾ ਤੇ ਸਤਿਗੁਰੂ ਜੀ ਕਹਿੰਦੇ ਹੁਣ ਨਹੀਂ ਬੋਲਣਾ ਇਹਨੇ। ਤੀਜੀ ਵਾਰੀ ਆਵਾਜ਼ ਇਹਨਾਂ ਨੇ ਮਾਰੀ ਕਿ ਧਰਤੀਏ ਦੱਸ ਤੂੰ ਕਿਹਨਾਂ ਦੀ ਹੈ,
ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਹੁਣ ਨਹੀਂ ਇਹ ਬੋਲੇਗਾ, ਜੇ ਬੋਲਣ ਜੋਗਾ ਉਹ ਤਾਂ ਹੀ ਬੋਲੇਗਾ ਇਹ। ਆਪ ਲੋ ਬੋਲਣ ਉਚਿਤ ਹੋਈ, ਸੁਨਤ ਬਿਓ ਮ੍ਰਿਤਕ ਸਿਸ ਹੋਈ। ਹੁਣ ਤੇ ਤਾਂ ਹੀ ਬੋਲੇਗਾ ਜੇ ਬੋਲਣ ਜੋਗਾ ਹੋਇਆ। ਹੁਣ ਬੱਚਾ ਹੇਠਾਂ ਦਬਿਆ ਹੋਣਾ, ਇਹਨਾਂ ਨੇ ਮਿੱਟੀ ਚ, ਆਖਰ ਤੇ ਸਾਹ ਗੁੰਮ ਹੋਣਾ ਹੀ ਸੀ, ਕਿੰਨਾ ਕੁ ਚਿਰ ਰਹਿ ਸਕਦਾ ਸੀ। ਨਾਲੇ ਇਧਰ ਸਮਰੱਥ ਸਤਿਗੁਰੂ ਜੀ ਨੇ, ਸਤਿਗੁਰੂ ਜੀ ਕਹਿਣ ਲੱਗੇ ਕਿ ਹੁਣ ਬੋਲਣ ਜੋਗਾ ਹੀ ਨਹੀਂ ਤੇ ਬੋਲੇਗਾ ਕਿਵੇਂ ਇਹ। ਉਤਰ ਨ ਆਇਓ ਬੌਰ ਬੁਲਾਏ, ਸਰਬ ਸਿੱਧ ਮਨ ਮੈਂ ਬਿਸਮਾਏ। ਕੋਈ ਜਵਾਬ ਨਾ ਆਇਆ ਤੀਜੀ ਵਾਰੀ। ਇਹ ਬੜੇ ਹੈਰਾਨ ਰਹਿ ਕੇ ਕੀ ਹੋਇਆ ਹੈ। ਕੇਤਕ ਚਿਰ ਮੈਂ ਮਰਿਓ ਨਿਕਾਰਿਓ, ਲੱਜਤ ਹੈ ਸਿੱਧਨ ਬਲ ਹਾਰਿਓ। ਜਲਦੀ ਨਾਲ ਉਹਨਾਂ ਨੇ ਧਰਤੀ ਪੁੱਟੀ, ਫਿਰ ਜਿਹੜਾ ਲੁਕਾਇਆ ਸੀ ਬੱਚਾ ਮਿੱਟੀ ਪੁੱਟੀ ਹੇਠੋਂ ਕੱਢਿਆ ਤੇ ਉਹ ਮਰਿਆ ਹੋਇਆ ਸੀ। ਆਪ ਆਪਣੇ ਆਸਨ ਬੈਸੇ, ਚੋਰ ਨਾ ਰਜਿਓ ਤੂਸ਼ਨ ਤੈਸੇ। ਤੇ ਫਿਰ ਆਪੋ ਆਪਣੀ ਨਹੀਂ ਜਿਹੜੀਆਂ ਉਹਨਾਂ ਨੇ ਐਵੇਂ ਆਪਣੇ ਉਹ ਆਸਣ ਵਿਛਾਏ ਹੋਏ ਸਨ ਮਿਰਗਸ਼ਾਲਾ ਵਰਗੇ, ਉੱਥੇ ਜਾ ਕੇ ਐਂ ਬੈਠ ਕੇ ਜਿਵੇਂ ਚੋਰ ਦੀ ਘਰ ਦੀ ਨਹੀਂ ਬਹਿੰਦੀ, ਚੋਰ ਫੜਿਆ ਜਾਏ ਤੇ ਸ਼ਰਮਿੰਦਗੀ ਜਿਵੇਂ ਬੈਠਦੀ, ਏਦਾਂ ਬੈਠ ਗਏ ਜਾ ਕੇ। ਪ੍ਰਾਨਨਾਥ ਪੁਨ ਮੰਗਲ ਜੋ, ਪ੍ਰਭ ਸਮੀਪ ਆਏ ਚੱਲ ਦੋ। ਦੋ ਤਿੰਨ ਸਿੱਧ ਬੜੇ ਚੰਗੇ ਸਨ। ਮੰਗਲਨਾਥ ਬਹੁਤ ਸਿਆਣਾ ਸਿੱਧ ਸੀ, ਗੁਰੂ ਸਾਹਿਬ ਜੀ ਦਾ ਸ਼ਰਧਾਲੂ ਸੀ। ਹੋਰ ਵੀ ਜਿਹੜੇ ਸਿੱਧ ਸਨ ਉਹ ਇਕੱਠੇ ਹੋ ਕੇ ਸਤਿਗੁਰੂ ਜੀ ਕੋਲ ਆਏ। ਬਿਨੈ ਬਰਸ਼ਨ ਸਾਇਦਕ ਉਚਾਰੀ, ਆਪ ਨਿਰੰਜਨ ਮੂਰਤ ਧਾਰੀ। ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਸੀਂ ਤੇ ਪ੍ਰਮਾਤਮਾ ਦਾ ਰੂਪ ਹੋ, ਤੁਹਾਡੇ ਤੇ ਵਾਹਿਗੁਰੂ ਦੀ ਪ੍ਰਮਾਤਮਾ ਦੀ ਬੇਅੰਤ ਕਿਰਪਾ ਹੈ। ਮੁੰਦਾ ਔਰ ਖਰਾਉ ਜੋ, ਸ਼ਗਕ ਸਹਿਤ ਸ਼ਗਦ ਗੋਰਖ ਦੇ ਦੋ। ਮਹਾਰਾਜ ਸਾਡੀ ਬੇਨਤੀ ਆ, ਉਹ ਜਿਹੜੀਆਂ ਗੋਰਖ ਦੀਆਂ ਦੋ ਚੀਜ਼ਾਂ ਨਹੀਂ ਤੁਹਾਡੇ ਕੋਲੋਂ ਦੇ ਦਿਓ ਕਿਰਪਾ ਕਰਕੇ। ਗੋਰਖ ਦੀ ਖੜਾਂ ਤੇ ਗੋਰਖ ਦੀ ਮੁੰਦਰਾ ਸਤਿਗੁਰੂ ਜੀ ਦੇ ਕੋਲ ਪਈ ਹੋਈ ਸੀ। ਬਾਲਕ ਕੋ ਜਿਵਾਏ ਪੁਨ ਦੀਜੈ, ਸ਼੍ਰੀ ਨਾਨਕ ਕਰੁਣਾ ਕੇ ਕੀਜੈ। ਤੇ ਨਾਲੇ ਕਿਰਪਾ ਕਰੋ ਬੱਚੇ ਨੂੰ ਜੀਵੰਦਿਆਂ ਕਰ ਦਿਓ, ਬੱਚਾ ਮਰ ਜਾਏਗਾ ਉਸ ਤੇ ਕਿਰਪਾ ਕਰੋ ਤੁਸੀਂ। ਨਿਜ ਹੰਕਾਰ ਮੈਂ ਜਾਣਤ ਨਾਹੀ, ਮੂਰਖ ਬੌਰ ਬੌਰ ਪਛਤਾਈ। ਕਹਿਣ ਲੱਗੇ ਮਹਾਰਾਜ ਇਹ ਲੋਕ ਆਪਣਾ ਅਹੰਕਾਰ ਜਾਣਦੇ ਨਹੀਂ। ਮੰਗਲਨਾਥ ਕਹਿੰਦਾ ਇਹ ਮੂਰਖ ਨੇ, ਵਾਰ-ਵਾਰ ਟੱਕਰ ਲੈਂਦੇ ਤੇ ਫਿਰ ਇਹਨਾਂ ਨੂੰ ਝੂਰਨਾ ਪੈਂਦਾ ਹੈ। ਜਾਨ ਆਪਨੇ ਈਠ ਦੋ, ਬਿਨੈ ਸੁਨੀ ਪੁਨ ਕਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਬੇਨਤੀ ਸੁਣੀ। ਈਠ ਹੁੰਦਾ ਪਿਆਰਾ, ਇਹਨਾਂ ਨੂੰ ਆਪਣੇ ਪਿਆਰੇ ਜਾਣ ਕੇ ਇਹਨਾਂ ਦੀ ਬੇਨਤੀ ਸੁਣੀ। ਮੁੰਦਾ ਸ਼ਗਦ ਖਰਾਉ ਜੋ, ਤੀਨ ਦੀਨ ਤਿਨ ਪਾਨ। ਉਹ ਜਿਹੜੀਆਂ ਗੋਰਖਨਾਥ ਦੀਆਂ ਚੀਜ਼ਾਂ ਸਨ ਉਹਨੂੰ ਵਾਪਸ ਦੇ ਦਿੱਤੀਆਂ। ਬਿਗਸਤ ਬੋਲੇ ਬਚਨ ਕੋ, ਬੌਰ ਕਿਰਪਾ ਨਿਦਾਨ। ਸਤਿਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਮੰਗਲਨਾਥ ਆ ਜਿਹੜੀ ਖੜਾਂ ਹੈ ਤੁਹਾਡੇ ਕੋਲ, ਸਾਗਰ ਮੈਂ ਇੱਕ ਬੂੰਦ ਜੋ, ਪਰੀ ਨਾ ਪਰੀ ਸਮਾਨ। ਹਾਂ ਸਤਿਗੁਰੂ ਜੀ ਕਹਿਣ ਲੱਗੇ ਮੰਗਲਨਾਥ ਸਮੁੰਦਰ 'ਚ ਇੱਕ ਬੂੰਦ ਡਿੱਗ ਜਾਏ ਤੇ ਉਹਨੂੰ ਕੀ ਫਰਕ ਪੈਣਾ, ਪਏ ਜਾਂ ਨਾ ਪਏ ਕੋਈ ਫਰਕ ਨਹੀਂ ਪੈਂਦਾ। ਨਾ ਪੈਣ ਨਾਲ ਸੁੱਕ ਨਹੀਂ ਜਾਣਾ, ਪੈਣ ਨਾਲ ਉਹ ਉਛਲ ਕੇ ਬਾਹਰ ਨਹੀਂ ਆ ਜਾਣਾ। ਇਸ ਕਰਕੇ ਇਹਨਾਂ ਚੀਜ਼ਾਂ ਦਾ ਸਾਡੇ ਤੇ ਕੋਈ ਫਰਕ ਨਹੀਂ ਹੈ। ਦੇਖ ਰਾਉ ਸਿਸ ਸਿਰ ਲਾਵੋ, ਤਤ ਚਿੰਤਾ ਕੋ ਜਾਏ ਲਿਜਾਵੋ। ਜਾਓ ਆ ਖੜਾਂ ਲੈ ਜਾਓ, ਉਹ ਬਾਲਕ ਦੇ ਸਿਰ ਨੂੰ ਲਗਾਓ, ਬਾਲਕ ਜਿੰਦਾ ਹੋ ਜਾਏਗਾ। ਲੈ ਕੇ ਉਬੇ ਪ੍ਰਸ਼ੰਸਾ ਕਰਕੇ, ਗਮਨੇ ਦੋਨੋਂ ਹਰਖੈ ਔਰ ਭਰਕੇ। ਇਹ ਦੋਵੇਂ ਸਿੱਧ ਬੜੇ ਪ੍ਰਸੰਨ ਹੋ ਕੇ ਗੁਰੂ ਸਾਹਿਬ ਜੀ ਦੀ ਵਡਿਆਈ ਕਰਦੇ ਹੋਏ ਚੱਲ ਪਏ ਔਰ ਸਿੱਧਾਂ ਚ ਜਾ ਵੜੇ। ਨੀਨੀ ਮੁੰਦਰਾ ਬੌਰ ਖਰਾਉ, ਗੋਰਖ ਮੈਂ ਬਾਸ਼ਗਤ ਪ੍ਰਭਾਉ। ਉਹ ਗੋਰਖਨਾਥ ਦੀ ਮੁੰਦਰਾ ਤੇ ਉਹਦੀ ਖੜਾਂ ਉਹਨੂੰ ਦਿੱਤੀ, ਉਹਨੂੰ ਕੁਝ ਹੋਸ਼ ਆਈ ਔਰ ਉਸ ਵੇਲੇ ਸਿਸ ਕੇ ਸ਼ੀਸ਼ ਸੁਹਾਏ ਜਿਵਾਇਓ, ਆਨ ਥਾਨ ਚਲਨੋ ਮਨ ਭਾਇਓ। ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੰਨ ਕੇ ਉਹ ਖੜਾਂ ਬੱਚੇ ਦੇ ਸਿਰ ਨੂੰ ਲਗਾਈ। ਉਹ ਬੱਚਾ ਠੀਕ ਠਾਕ ਹੋ ਗਿਆ। ਇਹਨਾਂ ਸਿੱਧਾਂ ਨੇ ਕਿਹਾ ਵੀ ਇੱਥੇ ਸਾਡੀ ਹੁਣ ਦਾਲ ਨਹੀਂ ਗਲਣੀ। ਚੁੱਪ ਕਰਕੇ ਇਹਨਾਂ ਨੇ ਹੋਰ ਥਾਂ ਤੇ ਜਾਣਾ ਹੀ ਠੀਕ ਸਮਝਿਆ ਹੈ। ਸਭ ਮਿਲ ਗਈ ਆਦੇਸ਼ ਆਦੇਸ਼ਾ, ਇਸ ਚਾਰੀ ਗਏ ਜਗਤੇਸ਼ਾ। ਸਤਿਗੁਰੂ ਸਾਹਿਬ ਜੀ ਨੂੰ ਆ ਕੇ ਇਹਨਾਂ ਨੇ ਆਦੇਸ਼ ਕੀਤੀ, ਪ੍ਰਣਾਮ ਕੀਤੀ ਤੇ ਆਖਰ ਆਪਣੀ ਇਸ ਅਸਥਾਨ ਤੋਂ ਇਹ ਚੱਲ ਪਏ। ਇਧਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਅੱਗੇ ਚੱਲ ਪਏ। ਇੱਕ ਦਿਵਸ ਸ੍ਰੀ ਨਾਨਕ ਰਹੇ, ਭੋਰ ਪਈ ਚਲਨੋ ਮਨ ਚਹੇ। ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਸਥਾਨ ਤੇ ਬਿਰਾਜੇ ਰਹੇ ਤੇ ਸਵੇਰ ਹੋਣ ਸਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਅੱਗੇ ਚੱਲ ਪਏ। ਗੋਰਖ ਮਥਾ ਹਟਾਇਓ ਨਾਮੂ, ਨਾਨਕ ਮਤਾ ਰਾਖਿਓ ਬਿਰਾਮੂ। ਇਸ ਅਸਥਾਨ ਦਾ ਨਾਮ ਸੀ ਗੋਰਖ ਮਤਾ। ਇੱਥੇ ਗੋਰਖ ਮਤ ਦੇ ਜੋਗੀਆਂ ਦਾ ਬਹੁਤ ਵੱਡਾ ਟਿਕਾਣਾ ਸੀ। ਹੁਣ ਉਸ ਸਥਾਨ ਤੇ ਨਾਮ ਹੋ ਗਿਆ ਨਾਨਕ ਮਤਾ, ਪ੍ਰਚਲਿਤ ਨਾਮ। ਅਜੇ ਵੀ ਉਸ ਸਥਾਨ ਤੇ ਗੁਰੂ ਕੀ ਬੜੀ ਪਿਆਰੀ ਯਾਦਗਾਰ ਕਾਇਮ ਹੈ। ਦੀਵਾਲੀ ਦੇ ਮੌਕੇ ਤੇ ਬਹੁਤ ਵੱਡਾ ਜੋੜ ਮੇਲਾ ਲੱਗਦਾ ਹੈ ਉਸ ਸਥਾਨ ਤੇ। ਸੋ
ਉਸ ਸਥਾਨ ਦਾ ਨਾਮ ਨਾਨਕ ਮਤਾ ਪੈ ਗਿਆ। ਬੌਰੋ ਸ੍ਰੀ ਗੁਰ ਕੀਨ ਪਰੇ ਪਿਆਨਾ, ਕਾਰਨ ਹੀ ਕਰਨ ਕਲਿਆਣਾ। ਮਨੁੱਖਤਾ ਦਾ ਕਲਿਆਣ ਕਰਨ ਦੇ ਲਈ, ਉਧਾਰ ਕਰਨ ਦੇ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਅੱਗੇ ਇੱਥੋਂ ਚਾਲੇ ਪਾ ਦਿੱਤੇ। ਸੁਨ ਸ੍ਰੀ ਅੰਗਦ ਕਥਾ ਮਹਾਨੀ, ਤੈ ਗਮਨੇ ਕੀਨੇ ਗੁਣ ਖਾਨੀ। ਗੁਰੂ ਕੀ ਕਥਾ ਸੁਣਦੇ ਆ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਹੈ ਗੁਣਾ ਦੀ ਖਾਨ ਸਤਿਗੁਰੂ ਜੀ, ਗੁਰੂ ਕੀ ਅਗਲੀ ਕਥਾ ਸਰਵਣ ਕਰੋ। ਸਤਿਗੁਰੂ ਜੀ ਅੱਗੇ ਚੱਲ ਪਏ ਉੱਥੋਂ। ਦਿੱਲੀ ਨਗਰ ਵਿਸਾਲ ਬਸੇਰਾ, ਉਪਬਨ ਵਿਖੇ ਆਨ ਕੇ ਡੇਰਾ। ਕਿਉਂਕਿ ਕਵੀ ਜੀ ਨੇ ਇਹ ਸਾਰੇ ਪ੍ਰਸੰਗ ਇੱਕ ਤੇ ਤਰਤੀਬਵਾਰ ਨਹੀਂ ਦਿੱਤੇ, ਇੱਕ ਬੜੇ ਵਿਰਲੇ ਵਿਰਲੇ ਦਿੱਤੇ ਨੇ। ਹੁਣ ਨਾਨਕ ਮਤੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਰ ਬੇਅੰਤ ਜੀਵਨ ਦਾ ਉਧਾਰ ਕੀਤਾ। ਉਸ ਇਲਾਕੇ 'ਚ ਕਈ ਥਾਵਾਂ ਤੇ ਗਏ। ਕਵੀ ਜੀ ਸਿੱਧਾ ਦਿੱਲੀ ਦੇ ਪ੍ਰਸੰਗ ਤੇ ਆ ਗਏ ਨੇ। ਸੋ ਦਿੱਲੀ ਦੀ ਗਾਥਾ ਸੁਣਾਉਂਦੇ ਆ ਕਿ ਸਤਿਗੁਰੂ ਜੀ ਨੇ ਇੱਕ ਉਬਨ ਕਹਿੰਦੇ ਨੇ ਬਾਗ ਵਿੱਚ ਆ ਕੇ ਸਤਿਗੁਰੂ ਜੀ ਨੇ ਡੇਰਾ ਕੀਤਾ ਹੈ। ਗਾਵਨ ਲੱਗਾ ਸ਼ਬਦ ਮਰਦਾਨਾ, ਸੁਨੇ ਪ੍ਰੇਮ ਮੈਂ ਮਗਨ ਮਹਾਨਾ। ਭਾਈ ਮਰਦਾਨਾ ਜੀ ਗੁਰਬਾਣੀ ਦਾ ਸ਼ਬਦ ਕੀਰਤਨ ਕਰਨ ਲੱਗ ਪਏ। ਬੜੇ ਪਿਆਰ ਦੇ ਨਾਲ ਸੁਣਨ ਵਾਲੇ ਸੁਣਨ ਲੱਗ ਪਏ। ਰੁਜਰ ਰਾਗ ਕਰਕੇ ਜੁਦ ਬਰੀਤੇ, ਤੂਸ਼ਨ ਬੋਰ ਮਹੂਰਤ ਬੀਤੇ। ਭਾਈ ਮਰਦਾਨਾ ਜੀ ਬੜੇ ਵਡਭਾਗੀ ਹੋਏ ਨੇ। ਗੁਰੂ ਨਾਨਕ ਸਾਹਿਬ ਜੀ ਨੇ ਜਿੰਨੀ ਬਾਣੀ ਉਚਾਰੀ, ਭਾਈ ਮਰਦਾਨਾ ਜੀ ਨੇ ਉਹ ਗਾਈ। ਸਤਿਗੁਰੂ ਜੀ ਦੀ 19 ਰਾਗਾਂ ਵਿੱਚ ਬਾਣੀ ਹੈ। ਭਾਈ ਮਰਦਾਨਾ ਜੀ ਨੇ ਇਹ ਸਾਰੇ ਰਾਗਾਂ 'ਚ ਬਾਣੀ ਗਾਇਨ ਕੀਤੀ। ਕਿੰਨੇ ਵਡਭਾਗੀ ਹੋਣਗੇ ਭਾਈ ਮਰਦਾਨਾ ਜੀ। ਸਭ ਤੋਂ ਪਹਿਲੇ ਗੁਰੂ ਘਰ ਦੇ ਕੀਰਤਨੀਏ ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਮਰਦਾਨਾ ਜੀ। ਉਹ ਮਹਾਨ ਹਸਤੀ ਹੋਏ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਜਗਤ ਗੁਰੂ ਹੋਏ ਨੇ, ਉਹਨਾਂ ਦੀ ਨਿਕਟਤਾ, ਉਹਨਾਂ ਦੀ ਨੇੜਤਾ ਕਿਸੇ ਨੂੰ ਇੰਨੀ ਜ਼ਿਆਦਾ ਪ੍ਰਾਪਤ ਨਹੀਂ ਹੋਈ ਜਿੰਨੀ ਭਾਈ ਮਰਦਾਨਾ ਜੀ ਨੂੰ ਪ੍ਰਾਪਤ ਹੋਈ ਹੈ। ਸਭ ਤੋਂ ਵੱਡਾ ਰਿਸ਼ਤਾ ਦੇਖੋ ਮਾਤਾ ਪਿਤਾ ਦਾ ਹੁੰਦਾ ਹੈ, ਪਤੀ ਪਤਨੀ ਦਾ ਹੁੰਦਾ ਹੈ, ਬੱਚਿਆਂ ਦਾ ਹੁੰਦਾ ਹੈ। ਸਤਿਗੁਰੂ ਜੀ ਦੇ ਬੱਚਿਆਂ ਨੂੰ ਇੰਨੇ ਸਾਲ ਸਤਿਗੁਰੂ ਜੀ ਦੇ ਨੇੜੇ ਰਹਿਣ ਦਾ ਮੌਕਾ ਨਹੀਂ ਮਿਲਿਆ ਜਿੰਨਾ ਭਾਈ ਮਰਦਾਨਾ ਜੀ ਨੂੰ ਮਿਲੇ। ਸਤਿਗੁਰੂ ਜੀ ਦੇ ਮਾਂ-ਬਾਪ ਨੂੰ ਵੀ ਇੰਨਾ ਚਿਰ ਲਗਾਤਾਰ ਗੁਰੂ ਕੀ ਸੰਗਤ ਮੰਨਣ ਦਾ ਮੌਕਾ ਨਹੀਂ ਮਿਲਿਆ ਜਿੰਨਾ ਭਾਈ ਮਰਦਾਨਾ ਜੀ ਨੂੰ ਮਿਲਿਆ। ਸਤਿਗੁਰੂ ਜੀ ਦੀ ਧਰਮ ਪਤਨੀ ਨੂੰ ਵੀ ਇੰਨੇ ਸਾਲ ਲਗਾਤਾਰ ਗੁਰੂ ਸਾਹਿਬ ਜੀ ਦੇ ਨੇੜੇ ਹਜ਼ੂਰ ਰਹਿਣ ਦਾ ਮੌਕਾ ਨਹੀਂ ਮਿਲਿਆ ਜਿੰਨੀ ਸੇਵਾ ਭਾਈ ਮਰਦਾਨਾ ਜੀ ਨੂੰ ਪ੍ਰਾਪਤ ਹੋਈ ਹੈ। ਭਾਈ ਮਰਦਾਨਾ ਜੀ ਦੇ ਉਹ ਸਾਲ, ਉਹ ਦਿਨ ਕੱਢੀਏ ਤੇ ਬਹੁਤ ਬਣ ਜਾਂਦੇ ਨੇ। ਕਿੰਨਾ ਚਿਰ, ਕਿੰਨੇ ਦਿਨ ਭਾਈ ਮਰਦਾਨਾ ਜੀ ਸਤਿਗੁਰੂ ਜੀ ਦੀ ਹਜ਼ੂਰੀ 'ਚ ਵਿਚਰਦੇ ਰਹੇ। ਫਿਰ ਵਿਚਰਦਿਆਂ ਗੁਰਬਾਣੀ ਸੁਣਦੇ ਤੇ ਗੁਰਬਾਣੀ ਗਾਉਂਦੇ ਰਹੇ। ਮਹਾਨ ਕੀਰਤਨੀ ਸਨ ਭਾਈ ਮਰਦਾਨਾ ਜੀ, ਇੰਨੇ ਮਹਾਨ ਕਿ ਉਹਨਾਂ ਦਾ ਨਾਮ ਗੁਰਬਾਣੀ 'ਚ ਵੀ ਸਤਿਗੁਰੂ ਜੀ ਨੇ ਅਮਰ ਕਰਤਾ। ਸ਼ਲੋਕ ਮਰਦਾਨਾ ਪਹਿਲਾ, ਜਦੋਂ ਵਡਹੰਸ ਦੀ ਵਾਰ ਆਪਾਂ ਪੜ੍ਹਦੇ ਹਾਂ, ਉੱਥੇ ਸ਼ਲੋਕ ਮਰਦਾਨਾ ਪਹਿਲਾ ਦੇ ਸਿਰਲੇਖ ਹੇਠ ਸਤਿਗੁਰੂ ਜੀ ਨੇ ਸ਼ਲੋਕ ਅੰਕਿਤ ਕਰ ਦਿੱਤੇ। ਇਸ ਕਰਕੇ ਉਹ ਮਹਾਨ ਵਡਭਾਗੀ ਭਾਈ ਮਰਦਾਨਾ ਜੀ ਜਿਹੜੇ ਬ੍ਰਹਮ ਚੱਲੇ ਵਿਲੀਨ ਹੋ ਗਏ, ਇੰਨੇ ਮਹਾਨ ਬਣ ਗਏ। ਦਰਅਸਲ ਅਸੀਂ ਮਰਦਾਨਾ ਜੀ ਦਾ ਜੋ ਅਸਲੀ ਹਸਤੀ ਹੈ ਜਾਂ ਸਰੂਪ ਹੈ, ਉਹਨੂੰ ਬਹੁਤ ਘੱਟ ਸਾਹਮਣੇ ਲਿਆਂਦਾ। ਅਸੀਂ ਤੇ ਮਰਦਾਨਾ ਜੀ ਦੀਆਂ ਉਹੀ ਗੱਲਾਂ ਸੁਣਾਉਂਦੇ, ਮਰਦਾਨਾ ਜੀ ਨੂੰ ਭੁੱਖ ਲੱਗ ਗਈ, ਮਰਦਾਨਾ ਜੀ ਨਾਰਾਜ਼ ਹੋ ਗਿਆ, ਮਰਦਾਨਾ ਜੀ ਨੂੰ ਕੌਡੇ ਨੇ ਫੜ ਲਿਆ। ਲੇਕਿਨ ਮਰਦਾਨਾ ਜੀ ਗੁਰੂ ਕੇ ਬੜੇ ਆਗਿਆਕਾਰ ਸੇਵਕ ਸਨ। ਮਰਦਾਨਾ ਜੀ ਗੁਰੂ ਕੇ ਮਹਾਨ ਕੀਰਤਨੀ ਸਨ। ਮਰਦਾਨਾ ਜੀ ਗੁਰਬਾਣੀ ਦਾ ਕੀਰਤਨ ਕਰਦਿਆਂ ਕਰਦਿਆਂ ਗੁਰਬਾਣੀ 'ਚ ਵਿਲੀਨ ਹੋ ਗਏ ਸਨ, ਗੁਰੂ ਦੀ ਮਿਹਰ ਦੇ ਪਾਤਰ ਬਣ ਗਏ ਸਨ। ਸਤਿਗੁਰੂ ਜੀ ਦੇ ਸਭ ਤੋਂ ਨੇੜੇ ਦੇ ਸਾਥੀ ਭਾਈ ਮਰਦਾਨਾ ਜੀ ਸਨ। ਉਹ ਮਰਦਾਨਾ ਜੀ ਨੇ ਗੁਰਬਾਣੀ ਦਾ ਕੀਰਤਨ ਕੀਤਾ, ਗੁਰੂ ਕੀ ਹਜ਼ੂਰੀ ਸ਼ਬਦ ਗਾਇਨ ਕੀਤਾ ਹੈ। ਪਾਤਸ਼ਾਹ ਕੋ ਕੁੰਚਰ ਭਾਰੀ, ਮ੍ਰਿਤਕ ਹੋਤੋ ਤੇ ਬਾਗ ਮਜਾਰੀ। ਭਾਈ ਸਾਹਿਬ ਜੀ ਕਹਿੰਦੇ ਜਿਸ ਵੇਲੇ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਕੀਤਾ, ਬੜੇ ਲੋਕ ਇਕੱਠੇ ਹੋ ਗਏ। ਉਸ ਵੇਲੇ ਜਿਸ ਵੇਲੇ ਸਤਿਗੁਰੂ ਜੀ ਕੀਰਤਨ ਕਰਦੇ ਸਨ, ਆਪਣੇ ਪਿਆਰ ਭਿੰਨੇ ਗਲੇ ਦੇ ਨਾਲ, ਮਿੱਠੀ ਆਵਾਜ਼ ਦੇ ਨਾਲ ਮਰਦਾਨਾ ਜੀ ਦੀ ਰਵਾਬ ਵੱਜਦੀ ਸੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮਨੁੱਖਾਂ ਨੇ ਤੇ ਮੁਗਧ ਹੋਣਾ ਹੀ ਹੈ, ਉਹਨਾਂ ਨੇ ਤੇ ਮਸਤ ਹੋਣਾ ਹੀ ਹੈ। ਨੇੜੇ ਤੇਰੇ ਦੇ ਜਿਹੜੇ ਪਸ਼ੂ ਪੰਛੀ ਸਨ ਨਾ, ਉਹ ਵੀ ਮੁਗਧ ਹੋ ਜਾਂਦੇ ਸਨ। ਸੰਗੀਤ ਜਿਹੜਾ ਇੱਕ ਬੜੀ ਮਹਾਨ ਦਾਤ ਹੈ। ਸੰਗੀਤ ਦੀ ਦੁਨੀਆ 'ਚ ਆਪਾਂ ਸੁਣਦੇ ਹਾਂ, ਕੋਈ ਮਲ੍ਹਾਰ ਰਾਗ ਗਾਏ ਤੇ ਬਦਲ ਚੜ ਕੇ ਆ ਜਾਂਦੇ ਨੇ, ਦੀਪਕ ਰਾਗ ਗਾਏ ਤੇ ਕਹਿੰਦੇ ਬੁੱਝੇ ਦੀਵੇ ਜਿਹੜੇ ਨੇ ਬਲਣੇ ਸ਼ੁਰੂ ਹੋ ਜਾਂਦੇ ਨੇ। ਇਹ ਸੰਗੀਤ ਵਿੱਚ ਬੜੀ ਤਾਕਤ ਹੈ। ਦਰਅਸਲ ਜੇ ਕੋਈ ਸੰਗੀਤ ਨੂੰ ਗਾਇਨ ਕਰੇ,
ਜੇ ਕੋਈ ਸੰਗੀਤ ਦੇ ਨਾਲ ਪਿਆਰ ਕਰੇ। ਭਾਈ ਮਰਦਾਨਾ ਜੀ ਮਹਾਨ ਸੰਗੀਤਕਾਰ ਸਨ। ਇਧਰ ਗੁਰੂ ਨਾਨਕ ਸਾਹਿਬ ਜੀ ਮਹਾਨ ਪ੍ਰਮਾਤਮਾ ਦੇ ਪਿਆਰ ਜੋੜ ਕੇ ਗੁਰਬਾਣੀ ਗਾਇਨ ਕਰਦੇ ਸਨ। ਕਿੰਨਾ ਸੋਹਣਾ ਸੁਮੇਲ ਬਣਦਾ ਹੋਏਗਾ। ਤੇ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਐਨ ਮਸਤ ਹੋ ਗਏ। ਉਹਨਾਂ ਤੇ ਬਹੁਤ ਭਾਰੀ ਪ੍ਰਭਾਵ ਪਿਆ ਸਤਿਗੁਰੂ ਜੀ ਦੀ ਇਸ ਪਵਿੱਤਰ ਬਾਣੀ ਦਾ। ਕਵੀ ਜੀ ਇੱਕ ਘਟਨਾ ਦੱਸਦੇ ਨੇ ਉਸ ਵੇਲੇ ਜਿਹੜੀ ਵਾਪਰੀ। ਬਾਦਸ਼ਾਹ ਸੀ ਜਿਹੜਾ ਦਿੱਲੀ ਦਾ, ਉਹਦਾ ਹਾਥੀ ਸਵੱਬੀ ਉਹਨਾਂ ਦਿਨਾਂ 'ਚ ਮਰ ਗਿਆ। ਜਿਵੇਂ ਬਾਦਸ਼ਾਹ ਆਏਗਾ ਸਤਿਗੁਰੂ ਜੀ ਕੋਲ ਫਰਿਆਦ ਕਰੇਗਾ ਕਿ ਸਾਡਾ ਹਾਥੀ ਜਿਉਂਦਾ ਕਰ ਦਿਓ। ਇਹ ਵਾਰਤਾ ਅਜੇ ਲੰਮੀ ਹੈ, ਇਹ ਆਪਾਂ ਕੱਲ੍ਹ ਤੋਂ ਸਰਵਣ ਕਰਾਂਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਭ ਤੋਂ ਵੱਡੀ ਵਡਿਆਈ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਮਨੁੱਖ ਬਣਨ ਦੀ ਪ੍ਰੇਰਣਾ ਕੀਤੀ ਹੈ। ਦਰਅਸਲ ਮਨੁੱਖ ਉਹ ਬਣਨਾ ਚਾਹੁੰਦਾ ਜੋ ਬਣ ਨਹੀਂ ਸਕਦਾ, ਜੋ ਬਣ ਸਕਦਾ ਉਹ ਬਣਦਾ ਨਹੀਂ ਹੈ। ਮਨੁੱਖ ਮਨੁੱਖ ਬਣਦੇ ਬੜੀ ਵੱਡੀ ਗੱਲ ਹੈ। ਗੁਰਬਾਣੀ ਕਹਿੰਦੀ ਮਨੁੱਖ ਮਨੁੱਖ ਹੈ ਹੀ ਨਹੀਂ, ਕਰਤੂਤ ਪਸ਼ੂ ਕੀ ਮਾਨਵ ਜਾਤ। ਮਨੁੱਖ ਪਸ਼ੂ ਬਣ ਚੁੱਕਾ ਹੈ। ਸਤਿਗੁਰੂ ਜੀ ਨੇ ਮਨੁੱਖ ਨੂੰ ਮਨੁੱਖ ਬਣਨ ਦੀ ਪ੍ਰੇਰਣਾ ਕੀਤੀ ਹੈ। ਮਨੁੱਖ ਹੁਣ ਕਹੇ ਜੀ ਮੈਂ ਹਵਾ 'ਚ ਉੱਡ ਜਾਵਾਂ ਜਾਂ ਮੈਂ ਕਿਤੇ ਹੋਰ ਹੀ ਪੰਛੀਆਂ ਵਾਂਗੂ ਗੱਲਾਂ ਕਰਾਂ, ਇਹ ਗੱਲਾਂ ਹਨ ਹੋਣੀਆਂ ਨੇ। ਗੁਰੂ ਨਾਨਕ ਸਾਹਿਬ ਨੇ ਇਹ ਗੱਲਾਂ ਨਹੀਂ ਸਾਨੂੰ ਕਹੀਆਂ। ਗੁਰਬਾਣੀ ਨੇ ਇੱਕ ਜੀਵਨ ਜਾਚ ਦਿੱਤੀ ਹੈ ਕਿ ਜੇ ਤੁਹਾਨੂੰ ਜਿਉਣ ਦੀ ਜਾਚ ਆ ਜਾਏ ਇਸ ਧਰਤੀ ਤੇ, ਇਹ ਧਰਤੀ ਤੇ ਹੀ ਸਾਰਾ ਆਨੰਦ ਹੈ। ਜਿਹੜਾ ਮਨੁੱਖ ਇਸ ਧਰਤੀ ਤੇ ਰਹਿ ਕੇ, ਜਿਹੜਾ ਮਨੁੱਖ ਮਨੁੱਖਾ ਜ਼ਿੰਦਗੀ 'ਚ ਰਹਿ ਕੇ ਆਨੰਦ ਨਹੀਂ ਮਾਣ ਸਕਿਆ, ਉਹਨੂੰ ਕਿਤੇ ਆਨੰਦ ਨਹੀਂ ਮਿਲੇਗਾ। ਜਿਹਨੇ ਮਰਜ਼ੀ ਕਲਪਤ ਸਵਰਗਾਂ ਦੀ ਉਹ ਗੱਲ ਕਰਦਾ ਰਹੇ ਜਾਂ ਹੋਰ ਪੁਰੀਆਂ ਦੀ ਗੱਲ ਕਰਦੇ ਰਹੇ, ਧਰਤੀ ਵਰਗਾ ਥਾਂ ਕੋਈ ਨਹੀਂ ਹੈ। ਜੇ ਇਸ ਧਰਤੀ ਤੇ ਆਨੰਦ ਨਹੀਂ ਕਿਸੇ ਨੇ ਮਾਣਿਆ, ਧਰਤੀ ਤੇ ਜੀਵਨ ਦਾ ਰਸ ਨਹੀਂ ਮਾਣਿਆ, ਤੇ ਕਿਤੇ ਵੀ ਉਹਨੂੰ ਰਸ ਨਹੀਂ ਆਏਗਾ। ਗੁਰੂ ਸਾਹਿਬ ਜੀ ਨੇ ਆਪਣੀ ਪਵਿੱਤਰ ਬਾਣੀ ਦੇ ਰਾਹੀਂ ਸਾਨੂੰ ਉਹ ਜੀਵਨ ਜਾਚ ਦਿੱਤੀ ਹੈ ਕਿ ਆਪਾਂ ਜ਼ਿੰਦਗੀ ਨੂੰ ਚਾਹ ਦੇ ਨਾਲ ਜੀਉ ਸਕੀਏ, ਜ਼ਿੰਦਗੀ ਦਾ ਆਨੰਦ ਮਾਣ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ, ਸਰਬੱਤ ਦਾ ਧੰਨਵਾਦ। ਗੁਰਬਾਣੀ ਦਾ ਕੀਰਤਨ ਬੜੇ ਪਿਆਰ ਦੇ ਨਾਲ ਬੈਠ ਕੇ ਸਰਵਣ ਕਰੋ ਜੀ। ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।